ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਸਿੰਘ ਜੀ। ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਟਹਿਣਾ ਸਾਹਿਬ, ਆਪਾਂ ਮੌਸਮ ਦੀ ਹਾਲ ਬਿਆਨੀ ਪਹਿਲਾਂ ਸ਼ੁਰੂਆਤ ਦੇ ਵਿੱਚ ਕਰ ਦਈਏ ਤੇ ਬਾਕੀ ਗੱਲਾਂ ਫਿਰ। ਉਹਦੇ ਤੋਂ ਪਹਿਲਾਂ ਮੇਰੇ ਮਨ ਦੇ ਕੁਝ ਕੁ ਜਜ਼ਬਾਤ ਆ ਜਿਹੜੇ ਕਿ ਸਾਂਝੇ ਕਰਨੇ ਬਣਦੇ ਆ। ਪਹਿਲੀ ਸੱਟੇ ਮੈਂ ਕਰ ਦਿੰਦਾ ਕਿ ਨਿਰਾਸ਼ਾ ਦੇ ਆਲਮ ਦੇ ਵਿੱਚ ਬਿਲਕੁਲ ਨਾ ਜਾਓ ਜੀ। ਮੈਂ ਸਮਝ ਸਕਦਾ, ਅਸੀਂ ਸਾਰੇ ਸਮਝ ਸਕਦੇ ਹਾਂ ਅਸਲ ਦੇ ਵਿੱਚ ਵੀ ਮਨ ਦੇ ਉੱਤੇ ਕਿਹਦੇ ਕੀ ਚੱਲਦਾ ਹੋਊਗਾ। ਕਿਸੇ ਦਾ ਇਹ ਕਹਿਣਾ ਜੀ ਕਿ ਹੁਣ ਕਿਸਾਨ ਅੰਦੋਲਨ ਦਾ ਕੀ ਬਣਨਾ, ਕਿਸੇ ਦਾ ਇਹ ਕਹਿਣਾ ਜੀ ਹੁਣ ਤਾਂ ਅਸੀਂ ਹਾਰ ਗਏ ਆ, ਕਿਸੇ ਦਾ ਇਹ ਕਹਿਣਾ ਜੀ ਕਿ ਸਾਡੀ ਤਾਂ ਪਿੱਠ ਲਵਾ ਦਿੱਤੀ ਗਈ ਆ ਜਾਂ ਲੱਗ ਚੁੱਕੀ ਆ, ਕਿਸੇ ਦਾ ਇਹ ਕਹਿਣਾ ਜੀ ਕਿ ਹੁਣ ਨਹੀਂ ਸਰਕਾਰ ਬਣਦੀ, ਕਿਸੇ ਦਾ ਇਹ ਕਹਿਣਾ ਜੀ ਕਿ ਹੁਣ ਤਾਂ ਸਭ ਕੁਝ ਖਿੰਡ ਗਿਆ, ਹੁਣ ਤਾਂ ਅਸੀਂ ਲੁੱਟੇ ਗਏ ਆ। ਪਰ ਇਦਾਂ ਦੀ ਕੋਈ ਗੱਲ ਨਹੀਂ। ਜੇਕਰ ਕੁਝ ਕੁ ਲੋਕਾਂ ਨੂੰ ਆਪਾਂ ਪਰੇ ਕਰ ਦਈਏ ਤਾਂ ਜਿਹੜੇ ਕਿਸਾਨ ਨੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਪਹਿਲਾਂ ਵਾਂਗੂ ਹੀ ਡਟੇ ਬੈਠੇ ਆ। ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਆਏ ਆ ਹੁਣ ਤੱਕ ਕਿ ਅੰਦੋਲਨ ਸ਼ਾਂਤਮਈ ਰਹਿਣਾ ਚਾਹੀਦਾ, ਤੇ ਜਦੋਂ ਅਸੀਂ ਸ਼ਾਂਤਮਈ ਤੋਂ ਉਲਟ ਜਾਵਾਂਗੇ ਤਾਂ ਨਤੀਜੇ ਚੰਗੇ ਤੋਂ ਉਲਟ ਨਿਕਲਣਗੇ, ਜਿਵੇਂ ਕਿ ਕੱਲ ਨਿਕਲੇ ਵੀ ਆ। ਤੇ ਅਸੀਂ ਭਵਿੱਖ ਦੇ ਵਿੱਚ ਅਹਿਦ ਕਰੀਏ ਕਿ ਅਸੀਂ ਸਾਰਾ ਕੁਝ ਠੀਕ ਰੱਖਾਂਗੇ। ਅਸੀਂ ਲੜਾਈ ਲੜਨੀ ਆ ਸ਼ਾਂਤਮਈ ਤਰੀਕੇ ਦੇ ਨਾਲ। ਸਾਡੀ ਅਸਲ ਤਾਕਤ ਹੈਗੀ ਹੈ ਸ਼ਾਂਤੀ ਦੇ ਵਿੱਚ। ਜੇ ਅਸੀਂ ਭੜਕੀਲੇ ਬਣ ਗਏ, ਭੰਨ ਤੋੜ ਕਰਾਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਇਹਦੇ ਨਾਲ ਕੁਝ ਕੁ ਲੋਕਾਂ ਨੂੰ ਤਾਂ ਚੰਗਾ ਲੱਗੂਗਾ ਵੀ ਦੇਖੋ ਗੱਡਤਾ, ਦੇਖੋ ਜੀ ਇਹਨਾਂ ਨੇ ਧੱਕ ਪਾਤੀ, ਇਹਨਾਂ ਨੇ ਜੀ ਸਿਰਾ ਲਾਤਾ, ਇਹਨਾਂ ਨੇ ਬੰਬ ਬੁਲਾਤੇ, ਇਹ ਐਂ ਹੋਣਾ ਚਾਹੀਦਾ। ਪਰ ਨਤੀਜਾ ਉਹਦਾ ਕੋਈ ਨਹੀਂ ਨਿਕਲਣਾ ਜੀ। ਇਸ ਕਰਕੇ ਆਪਾਂ ਤਕੜੇ ਹੋ ਕੇ ਲੜਾਈ ਲੜਨੀ ਆ। ਇਹ ਸਾਡੇ ਲਈ ਇੱਕ ਨਵੀਂ ਪ੍ਰੀਖਿਆ ਦੀ ਘੜੀ ਆ। 26 ਤਰੀਕ ਤੋਂ ਬਾਅਦ 27 ਤਰੀਕ ਤੋਂ ਇੱਕ ਨਵੀਂ ਪ੍ਰੀਖਿਆ ਸ਼ੁਰੂ ਹੋ ਚੁੱਕੀ ਹੈ। ਆਪਾਂ ਇਹਨਾਂ ਪੇਪਰਾਂ ਦੇ ਵਿੱਚ, ਇਸ ਪ੍ਰੀਖਿਆ ਦੇ ਵਿੱਚ ਪਾਸ ਹੋਣਾ। ਸੋ ਜਿਹੜੇ ਵੀ ਭੈਣਾਂ ਵੀਰ ਜਿੱਥੇ ਵੀ ਬੈਠੇ ਆ ਉਹ ਹੌਸਲਾ ਨਾ ਹਾਰਨ, ਚੜ੍ਹਦੀ ਕਲਾ ਦੇ ਵਿੱਚ ਰਹਿਣ। ਔਰ ਸਭ ਤੋਂ ਪਹਿਲਾਂ ਇੱਕ ਬੇਨਤੀ ਵੀ ਸਾਰਿਆਂ ਨੂੰ ਕਰਨੀ ਜ਼ਰੂਰ ਬਣਦੀ ਹੈ ਕਿ ਆਪਾਂ ਐਵੇਂ ਕਿਸੇ ਦੇ ਮਗਰ ਨਾ ਲੱਗਿਆ ਕਰੀਏ। ਹੁਣ ਤੱਕ ਕਿਸਾਨੀ ਅੰਦੋਲਨ ਜਿੱਥੋਂ ਤੱਕ ਵੀ ਪਹੁੰਚਿਆ, ਇਹਦੇ ਪਿੱਛੇ ਸਿਰਫ ਤੇ ਸਿਰਫ ਸਾਡੇ ਕਿਸਾਨ ਆਗੂ ਨੇ, ਉਹਨਾਂ ਦੀ ਮਿਹਨਤ ਹੈ, ਉਹਨਾਂ ਦੀ ਸੋਚ ਹੈ, ਉਹਦੇ ਕਰਕੇ ਕਿਸਾਨੀ ਅੰਦੋਲਨ ਹੁਣ ਤੱਕ ਇਸ ਮੁਕਾਮ ਦੇ ਉੱਪਰ ਪਹੁੰਚ ਸਕਿਆ। ਤੇ ਆਪਾਂ ਉਹਨਾਂ ਦੇ ਮਗਰ ਹੀ ਚੱਲੀਏ ਤਾਂ ਜ਼ਿਆਦਾ ਵਧੀਆ। ਜਿਵੇਂ ਜਿਵੇਂ ਉਹ ਕਹਿੰਦੇ ਨੇ, ਜੋ ਉਹ ਕਹਿੰਦੇ ਨੇ, ਸਾਨੂੰ ਉਹ ਮੰਨਣਾ ਚਾਹੀਦਾ ਹੈ। ਅਸੀਂ ਆਪਣੇ ਅੱਡ-ਅੱਡ ਰਸਤੇ ਨਾ ਚੁਣੀਏ, ਕਿਉਂਕਿ ਜੇ ਇਕੱਠੇ ਹੋ ਕਿ ਇਹ ਸਾਡਾ ਏਕਾ ਹੀ ਤਾਂ ਸਰਕਾਰਾਂ ਨੂੰ ਇਸ ਵੇਲੇ ਸੋਚੀ ਪਾਈ ਬੈਠਾ ਹੈ। ਬਿਲਕੁਲ ਜੀ। ਤੇ ਉਸ ਤੋਂ ਅਗਲੀ ਗੱਲ ਇਹ ਆ ਕਿ ਆਪਾਂ ਨਾ ਸ਼ਬਦਾਂ ਦੀ ਮਰਿਆਦਾ ਸਮਝ ਗਏ ਜੀ। ਨਾ ਤਾਂ ਸਰਕਾਰ ਦੇ ਵੱਖ-ਵੱਖ ਲੋਕਾਂ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢਣ ਦੀ ਲੋੜ ਆ। ਗਾਲਾਂ ਦੇ ਹੱਕ ਦੇ ਵਿੱਚ ਨਹੀਂ, ਕੋਈ ਕਿਸੇ ਨੂੰ ਵੀ ਨਾ ਕੱਢੇ। ਅਸੀਂ ਆਪਣੀ ਅਸਹਿਮਤੀ ਪ੍ਰਗਟਾ ਸਕਦੇ ਆ, ਅਸੀਂ ਆਪਣਾ ਵਿਰੋਧ ਦਰਜ ਕਰਵਾ ਸਕਦੇ ਆ, ਪਰ ਗਾਲਾਂ ਕੱਢ ਕੇ ਅਸੀਂ ਕੁਝ ਨਹੀਂ ਖੱਟਿਆ ਤੇ ਭਵਿੱਖ ਦੇ ਵਿੱਚ ਵੀ ਨਹੀਂ ਖੱਟਾਂਗੇ। ਇਸ ਕਰਕੇ ਤਰੀਕੇ ਦੇ ਨਾਲ, ਜ਼ਾਬਤੇ ਦੇ ਵਿੱਚ ਰਹਿ ਕੇ ਅਸੀਂ ਆਪਣਾ ਅੰਦੋਲਨ ਅੱਗੇ ਤੋਂ ਅੱਗੇ ਵਧਾਉਣਾ। ਤੇ ਸਾਨੂੰ ਜਿਹੜੇ ਭੜਕੀਲੇ ਲੋਕ ਜਿਹੜੇ ਕਿ ਭੜਕਾਉਂਦੇ ਆ, ਉਹਨਾਂ ਦੇ ਉੱਤੇ ਨਿਗਾਹ ਰੱਖਣੀ ਪੈਣੀ ਆ ਵੀ ਕਿਹੜਾ ਗਲਤ ਆ ਤੇ ਕਿਹੜਾ ਸਹੀ ਆ। ਸਾਨੂੰ ਇਹਦੀ ਪਰਖ ਕਰਨੀ ਪੈਣੀ ਆ। ਅਸੀਂ ਆਪਣੇ ਆਪ ਦੇ ਵਿੱਚ ਇੱਕ ਸਿਪਾਹੀ ਆ, ਅਸੀਂ ਆਪਣੇ ਆਪ ਦੇ ਵਿੱਚ ਯੋਧੇ ਵਾਲਾ ਕਿਰਦਾਰ ਅਦਾ ਕਰਨਾ। ਇਹ ਸਾਡੀ ਭੂਮਿਕਾ ਬੜੀ ਮਹੱਤਵਪੂਰਨ ਆ। ਇਸ ਕਰਕੇ ਜੇਕਰ ਕੋਈ ਮੇਰੇ ਵਰਗਾ ਕਵੇ ਜੀ ਕਿ ਇਉਂ ਕਰ ਲਈਏ, ਬਿਲਕੁਲ ਨਾ ਮੰਨੋ। ਕੋਈ ਹੋਰ ਗੱਲ ਤੁਹਾਨੂੰ ਭੜਕਾਉਣ ਵਾਲੀ ਕਰੇ, ਬਿਲਕੁਲ ਨਾ ਮੰਨੋ। ਬਿਲਕੁਲ ਸਿੱਧੀ ਤਰੀਕੇ ਦੇ ਨਾਲ ਗੱਲ ਸੁਣੋ, ਸਿੱਧੇ ਤਰੀਕੇ ਨਾਲ ਕਰੋ। ਤੇ ਆਪਣਾ ਨਿਸ਼ਾਨਾ ਖੁਦ ਤੈਅ ਕੀਤਾ ਆਪਾਂ ਕਿ ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਆਏ ਆ, ਨਾ ਕਿ ਕਿਸੇ ਨਾਲ ਵੈਰ ਪਗਾਉਣ ਵਾਸਤੇ ਆਏ ਆ। ਬਿਲਕੁਲ ਸਹੀ। ਤੇ ਹੁਣ ਆਪਾਂ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ। ਦੇਖੋ ਮੌਸਮ ਆ ਜਿਹੜਾ ਪਿਛਲੇ ਕਈ ਦਿਨਾਂ ਤੋਂ ਹਰਮਨ ਜੀ ਬੜਾ ਸੋਹਣਾ, ਤੇ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਦੀ ਆ, ਬੜੀ ਨਿੱਘੀ ਤੇ ਬੜੀ ਤਿੱਖੀ ਵੀ ਹੌਲੀ ਹੌਲੀ ਹੋ ਰਹੀ ਆ। ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਠੰਡ ਹੁੰਦੀ ਆ। ਆਉਂਦੇ 72 ਘੰਟਿਆਂ ਦੇ ਵਿੱਚ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਵੀ ਸਥਿਰਤਾ ਰਹਿਣੀ ਆ ਤੇ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ। ਦਿਨ ਦੇ ਵੇਲੇ ਐਵੇਂ ਸੋਹਣੀ ਧੁੱਪ ਨਿਕਲਦੀ ਰਹਿਣੀ ਹੈ ਜੀ। ਤੇ ਚੱਜ ਦਾ ਵਿਚਾਰ ਵੀ ਆ ਜਾਵੇ। ਹੁਣ ਦੇਖੋ ਚੱਜ ਦਾ ਵਿਚਾਰ ਇਹ ਆ ਦੋ ਸਤਰਾਂ ਦਾ ਕਿ ਜੇਕਰ ਬਾਜ਼ ਵਾਂਗੂ ਉਡਾਰੀਆਂ ਲਾਉਣੀਆਂ, ਜੇ ਬਾਜ਼ ਵਾਂਗੂ ਉਡਾਰੀਆਂ ਲਾਉਣੀਆਂ ਤਾਂ ਫਿਰ ਤਿੱਤਰਾਂ ਦਾ ਸਾਥ ਛੱਡਣਾ ਪਊਗਾ। ਕੀ ਬਾਤ ਹੈ। ਤੁਸੀਂ ਇਹ ਦੇਖੋ ਵੀ ਭਾਈ ਬਾਜ਼ ਬਣਨਾ ਕਿ ਤਿੱਤਰ ਬਣਨਾ, ਇਹ ਤੁਹਾਡੀ ਆਪਣੀ ਸੋਚ ਆ। ਤੇ ਬਾਜ਼ ਆ ਜਿਹੜਾ ਉਹ ਜਿਵੇਂ ਆਪਾਂ ਜਾਣਦੇ ਉਡਾਰੀਆਂ ਲਾਉਂਦਾ, ਤੇ ਜਿਹੜੇ ਤਿੱਤਰ ਆ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਤੇ ਉਹਨਾਂ ਦੀ ਆਪਣੀ ਇੱਕ ਪਹੁੰਚ ਆ। ਅਸੀਂ ਕਿਹੜੀ ਚੋਣ ਕਰਨੀ ਆ ਇਹ ਸਾਡੀ ਆਪਣੀ ਮਰਜ਼ੀ ਹੈ। ਤੇ ਇੱਕ ਗੱਲ ਹੋਰ ਇਹ ਆ ਵੀ ਅੰਦੋਲਨ ਚੱਲਦਾ ਹੈ, ਅੰਦੋਲਨ ਚੱਲਦਾ ਰਹੇਗਾ, ਲੋਕ ਜਿੱਤਣਗੇ। ਵਿਆਹ ਦੇ ਵਿੱਚ ਵੀ ਤਾਂ 2 4 5 ਸ਼ਰਾਬੀ ਖੱਪ ਪਾ ਹੀ ਦਿੰਦੇ ਹੁੰਦੇ ਆ, ਪਰ ਕਦੇ ਇਹ ਦੇਖਿਆ ਵੀ ਡੋਲੀ ਤੁਰੀ ਨਹੀਂ, ਡੋਲੀ ਫਿਰ ਵੀ ਤੁਰ ਜਾਂਦੀ ਆ। ਇਸ ਕਰਕੇ ਆਪਾਂ ਇਸ ਗੱਲ ਨੂੰ ਵੀ ਬਦਲੇ ਹੋਏ ਪ੍ਰਸੰਗ ਦੇ ਵਿੱਚ ਸਮਝ ਗਏ, ਸੋਚ ਗਏ ਤੇ ਵਿਚਾਰ ਗਏ, ਸਭ ਕੁਝ ਠੀਕ ਹੋਊਗਾ ਜੀ। ਬਿਲਕੁਲ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਵੀ ਪੇਸ਼ ਕਰਦੇ ਆ। ਕਹਿੰਦੇ ਬੁਰਾਈ ਉਦੋਂ ਤੱਕ ਹੀ ਜਿੱਤਦੀ ਹੈ ਜਦੋਂ ਤੱਕ ਚੰਗਿਆਈ ਉਹਦੇ ਮੋਹਰੇ ਨਹੀਂ ਖੜਦੀ। ਬੁਰਾਈ ਉਦੋਂ ਤੱਕ ਹੀ ਜਿੱਤਦੀ ਹੈ ਜਦੋਂ ਤੱਕ ਚੰਗਿਆਈ ਉਹਦੇ ਮੋਹਰੇ ਨਹੀਂ ਖੜਦੀ। ਚਲਾਕੀ ਵੀ ਉਦੋਂ ਤੱਕ ਹੀ ਜਿਉਂਦਾ ਰਹਿੰਦੀ ਹੈ ਜਦੋਂ
ਤੱਕ ਸੱਚਾਈ ਉਹਦੇ ਮੂਹਰੇ ਨਹੀਂ ਅੜਦੀ। ਬਹੁਤ ਖੂਬ ਕਮਾਲ ਦੀ ਗੱਲ ਹੈ। ਸੋ ਇਸ ਲਈ ਸੱਚ ਦਾ ਸਾਥ ਦੇਣਾ ਆਪਾਂ ਸਿੱਖੀਏ। ਕੁਝ ਨਹੀਂ ਹੋਇਆ, ਅੱਜ ਵੀ ਸਾਰਾ ਕੁਝ ਉਵੇਂ ਹੀ ਹੈ, ਹੌਸਲੇ ਬੁਲੰਦ ਰਹਿਣਗੇ, ਸੱਚ ਦੇ ਨਾਲ ਅਸੀਂ ਜੇਕਰ ਖੜਾਂਗੇ ਤਾਂ ਜਿੱਤ ਜ਼ਰੂਰ ਹਾਸਲ ਹੋਊਗੀ। ਸੋ ਠੀਕ ਹੈ, ਜਿਹੜਾ ਵੇਲਾ ਲੰਘ ਗਿਆ ਉਹਦੇ ਬਾਰੇ ਸੋਚਣ ਦਾ ਹੁਣ ਵੇਲਾ ਨਹੀਂ ਹੈਗਾ, ਸਬਕ ਲੈਣ ਦਾ ਵੇਲਾ ਜੀ। ਅਸੀਂ ਆਪਣਾ ਅੱਜ ਉਹਦੇ ਬਾਰੇ ਸੋਚ ਕੇ ਖਰਾਬ ਨਹੀਂ ਕਰ ਸਕਦੇ। ਅਸੀਂ ਆਪਣੇ ਅੱਜ ਦੇ ਵਿੱਚ ਆਪਣੇ ਆਉਣ ਵਾਲੇ ਕੱਲ ਬਾਰੇ ਸੋਚੀਏ ਵੀ ਅਸੀਂ ਅੱਗੇ ਕੀ ਕਰਨਾ ਹੈ, ਤੇ ਫਿਰ ਅਸੀਂ ਜਿੱਤ ਜ਼ਰੂਰ ਹਾਸਲ ਕਰਾਂਗੇ। ਦੇਖੋ ਹਰਮਨ ਜੀ, ਗੱਲ ਇਹ ਹੈ ਵੀ ਟੱਬਰ ਦੇ ਜੇਕਰ 5 ਜਾਣੇ ਹੋਣ ਨਾ, 8 ਜਾਣੇ ਹੋਣ, 10 ਜਾਣੇ ਹੋਣ, ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇੱਕ ਜਣਾ ਬਹੁਤ ਹਿੰਮਤੀ ਹੁੰਦਾ, ਇੱਕ ਜਣਾ ਬਹੁਤ ਕਮਾਊ ਹੁੰਦਾ, ਇੱਕ ਦਾ ਸਿਰੇ ਦਾ ਨਲਾਇਕ ਵੀ ਹੁੰਦਾ ਜਿਹੜਾ ਪਿਓ ਦੀ ਪੱਗ ਦੇ ਉੱਤੇ ਦਾਗ ਲਾਉਣ ਨੂੰ ਲੱਗਾ ਰਹਿੰਦਾ, ਇੱਕ ਜਣਾ ਜਿਹੜਾ ਪਿਓ ਦੀ ਇੱਜ਼ਤ ਬਣਾਉਣ ਦੀ ਕੋਸ਼ਿਸ਼ ਕਰਦਾ, ਇੱਕ ਜਣਾ ਮਾਪਿਆਂ ਦੀ ਸੇਵਾ ਕਰਦਾ, ਇੱਕ ਜਣਾ ਇਹੋ ਜਿਹਾ ਹੁੰਦਾ ਵੀ ਜਿਹੜਾ ਮਾਪਿਆਂ ਨੂੰ ਕਹਿੰਦਾ ਜਾਓ ਬਿਰਧ ਆਸ਼ਰਮ ਦੇ ਵਿੱਚ ਮੈਂ ਕੀ ਲੈਣਾ। ਸੋ ਇਸ ਕਰਕੇ ਸਾਰੇ ਟੱਬਰ ਦੇ ਜੀਵ ਵੀ ਇੱਕੋ ਜਿਹੇ ਨਹੀਂ ਹੁੰਦੇ। ਜਦੋਂ ਲੱਖਾਂ ਲੋਕ ਇੱਕ ਥਾਂ ਦੇ ਉੱਤੇ ਬੈਠੇ ਹੋਣ, ਉਹਨਾਂ ਦੇ ਵਿੱਚ ਵੀ ਕੌਣ ਮਾੜਾ ਵੜ ਗਿਆ ਤੇ ਕੌਣ ਚੰਗਾ ਹੈਗਾ, ਇਹਦੀ ਪਰਖ ਵੀ ਛੇਤੀ ਕਿਤੇ ਨਹੀਂ ਹੋ ਸਕਦੀ। ਹਾਲੇ ਤਾਂ ਸਾਨੂੰ 2-2.5 ਮਹੀਨੇ ਉੱਥੇ ਬੈਠਿਆਂ ਨੂੰ ਹੋਏ ਆ, ਬਹੁਤ ਕੁਝ ਹਾਲੇ ਹੋਣਾ ਬਾਕੀ ਹੈ ਸ਼ਾਇਦ, ਪਰ ਆਪਾਂ ਮਾਨਸਿਕ ਤੌਰ ਦੇ ਉੱਤੇ ਤਿਆਰ ਰਹੀਏ, ਡਟੇ ਰਹੀਏ। ਮੈਨੂੰ ਨਾ ਇਸ ਗੱਲ ਦਾ ਬੜਾ ਡਰ ਸੀ, ਕੱਲ ਮੈਂ ਬਹੁਤ ਉਦਾਸੀ ਦੇ ਵਿੱਚ ਸੀਗਾ। ਟਾਣਾ ਸਾਹਿਬ, ਤੁਹਾਡੇ ਜਿਹੜੇ ਭਾਵ ਨੇ, ਜੋ ਮਨ ਦੇ ਵਿੱਚ ਗੱਲਾਂ ਨੇ, ਉਹ ਆਪਾਂ ਜ਼ਰੂਰ ਸਾਰੀਆਂ ਸਾਂਝੀਆਂ ਕਰਨੀਆਂ ਨੇ, ਪਰ ਪਹਿਲਾਂ ਇੱਥੇ ਵੇਲਾ ਵਕਫੇ ਦਾ ਹੋ ਗਿਆ, ਨਿੱਕਾ ਜਿਹਾ ਵਕਫਾ ਲੈ ਲਿਆ। ਜੱਜ ਦਾ ਵਿਚਾਰ। ਹੁਣ ਟਾਣਾ ਸਾਹਿਬ, ਖੁੱਲਾ ਸਮਾਂ ਤੁਹਾਡੇ ਕੋਲ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਖੁੱਲੇ ਸਮੇਂ ਦੀ ਗੱਲ ਨਹੀਂ, ਅਸਲ ਦੇ ਵਿੱਚ ਮੇਰੇ ਤਾਂ ਜਜ਼ਬਾਤ ਹੀ, ਮੈਂ ਕੱਲ ਬੜਾ ਭਾਵੁਕ ਹੋ ਗਿਆ ਬਈ ਅਸੀਂ ਕੀ ਕਰੀ ਜਾਂਦੇ ਆ ਤੇ ਇਦਾਂ ਕਰਨ ਦੇ ਨਾਲ ਸਾਨੂੰ ਕੀ ਮਿਲੂਗਾ। ਮੈਨੂੰ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ ਕਿ ਆਪਾਂ ਡਰਦੇ ਨਹੀਂ ਹੁੰਦੇ, ਆਪਾਂ ਤਾਂ ਚੱਕ ਹੀ ਦਿੰਦੇ ਹੁੰਨੇ ਆ, ਆਪਾਂ ਤਾਂ ਐਂ ਕਰ ਦਿੰਦੇ ਹੁੰਨੇ ਆ। ਮੈਂ ਉਹਨਾਂ ਨੂੰ ਸਿਰਫ ਇੱਕ ਬੇਨਤੀ ਕੀਤੀ, ਮੈਂ ਕਿਹਾ ਵੀ ਤੁਸੀਂ ਹੋ ਸਕਦਾ ਸਹੀ ਹੋਵੋ ਤੇ ਹੋ ਸਕਦਾ ਮੈਂ ਗਲਤ ਹੋਵਾਂ। ਜਦੋਂ ਆਪਾਂ ਘਰਾਂ ਦੇ ਵਿੱਚੋਂ ਟਰਾਲੀਆਂ ਲੈ ਕੇ ਨਿਕਲੇ ਆ, ਉਦੋਂ ਸਾਡਾ ਮਕਸਦ ਕੀ ਸੀ ਪਹਿਲਾਂ ਤਾਂ ਇਹ ਦੱਸੋ। ਉਹ ਕਹਿੰਦੇ ਜੀ ਕਿ ਖੇਤੀ ਕਾਨੂੰਨ ਆ ਜਿਹੜੇ ਰੱਦ ਕਰਵਾਉਣੇ ਆ, ਕਿਸਾਨੀ ਅੰਦੋਲਨ ਦੀ ਜਿੱਤ ਹੋਵੇ, ਅਸੀਂ ਸਰਕਾਰ ਨੂੰ ਆਪਣੇ ਫੈਸਲੇ ਬਦਲਣ ਵਾਸਤੇ ਮਜਬੂਰ ਕਰਨਾ, ਇਹੀ ਸੀ। ਉਸ ਤੋਂ ਬਾਅਦ ਜੋ ਕੁਝ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਕੁਝ ਕੁ ਲੋਕਾਂ ਨੇ, ਕੀ ਇਹਦੇ ਨਾਲ ਖੇਤੀ ਕਾਨੂੰਨ ਰੱਦ ਹੁੰਦੇ ਆ? ਜੇ ਤਾਂ ਖੇਤੀ ਕਾਨੂੰਨ ਰੱਦ ਹੋ ਸਕਦੇ ਇਦਾਂ ਕਰਨ ਦੇ ਨਾਲ, ਫਿਰ ਤਾਂ ਇਉਂ ਕਰੋ ਵੀ 2-4 ਵਾਰ ਉਧਰਲੇ ਪਾਸੇ ਨੂੰ ਫੇਰ ਜਾਓ, ਬਾਕੀ ਮਸਲੇ ਵੀ ਹੱਲ ਕਰਾਓ। ਤੇ ਜੇਕਰ ਇਹਦੇ ਨਾਲ ਲੱਖਾਂ ਲੋਕਾਂ ਦਾ ਨੁਕਸਾਨ ਹੁੰਦਾ ਜਿਹੜੇ ਕਿ 2-2.5 ਮਹੀਨਿਆਂ ਤੋਂ ਬੈਠੇ ਹੈਗੇ ਟੋਹ ਦੀਆਂ ਠਾਰੀਆਂ ਦੇ ਵਿੱਚ, ਤੇ ਉਹਨਾਂ ਦਾ ਕਸੂਰ ਕੀ ਆ? ਹੁਣ ਤੱਕ ਅਸੀਂ 160 ਤੋਂ ਵੱਧ ਕਿਸਾਨ ਆ ਜਿਹੜੇ ਗਵਾ ਚੁੱਕੇ ਆ, ਇੱਕ ਸਾਡਾ ਨੌਜਵਾਨ ਹੁਣ ਵੀ ਸ਼ਹੀਦ ਹੋਇਆ। ਸੋ ਕੀ ਅਸੀਂ ਕਰ ਰਹੇ ਆ, ਪਹਿਲਾਂ ਤਾਂ ਇਹਦੀ ਅਸੀਂ ਪਰਖ ਕਰ ਲਈਏ। ਸਾਨੂੰ ਇਹ ਗੱਲਾਂ ਨਾ ਰਜਾਈ 'ਚ ਬਹਿ ਕੇ ਬੜੀਆਂ ਚੰਗੀਆਂ ਲੱਗਦੀਆਂ, ਅੱਗ ਲਾ ਦੇਾਂਗੇ, ਬੰਬ ਲਾ ਦੇਾਂਗੇ, ਸਿਰਾ ਲਾ ਦੇਾਂਗੇ, ਇਹਨਾਂ ਮੂਰਖ ਮੱਤੀਆਂ ਤੋਂ ਆਪਾਂ ਬਚ ਗਏ। ਜੋ ਕੁਝ ਅਤੀਤ ਦੇ ਵਿੱਚ ਹੋਇਆ ਅਜੇ ਵੀ ਸਾਡੇ ਪਿੰਡਾਂ ਦੇ ਉੱਤੇ ਆ, ਪੰਜਾਬ ਅੱਜ ਵੀ ਉਸ ਚੀਜ਼ ਨੂੰ ਹੰਢਾ ਰਿਹਾ। ਸ਼ਾਂਤਮਈ ਤਰੀਕੇ ਨਾਲ ਰਹੀਏ, ਅੱਗਾਂ ਲਾਉਣ ਵਾਲੇ ਬਾਅਦ ਦੇ ਵਿੱਚ ਲੱਭਦੇ ਨਹੀਂ, ਤੇ ਹੁਣ ਤਾਂ ਵੀਡੀਓ ਵੀ ਆ ਰਹੀਆਂ ਵੀ ਕਈ ਭੱਜਦੇ ਕਿਵੇਂ ਆ। ਬਿਲਕੁਲ ਸਹੀ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਵੀ ਜਿਹੜੇ ਮਨਸੂਬੇ ਲੈ ਕੇ, ਜਿਹੜੀਆਂ ਗੱਲਾਂ ਜ਼ਿਹਨ ਦੇ ਵਿੱਚ ਬਿਠਾ ਕੇ ਅਸੀਂ ਅੱਗੇ ਵਧੇ ਸੀ, ਅਸੀਂ ਉਹਨਾਂ ਵੱਲ ਖਿਆਲ ਕਰੀਏ ਨਾ। ਅਸੀਂ ਹੋਰ ਵਾਲੇ ਬੰਨੇ ਕਿਉਂ ਤੁਰ ਪਏ ਆ? ਉਹਦੇ ਲਈ ਅਸੀਂ ਬਾਅਦ ਦੇ ਵਿੱਚ ਵੀ ਗੱਲ ਕਰ ਸਕਦੇ ਆ। ਜਾਂ ਇਸ ਵੇਲੇ ਜੇਕਰ ਇਹ ਟਰੈਕਟਰ ਪਰੇਡ ਹੋ ਰਹੀ ਸੀ ਤੇ ਕਿਸਾਨਾਂ ਦਾ ਰੋਸ ਸੀ, ਇੱਥੇ ਖੇਤੀ ਬਿੱਲਾਂ ਦੀ ਗੱਲ ਹੋ ਰਹੀ ਸੀ, ਇੱਥੇ ਖੇਤੀਬਾੜੀ ਦੀ ਗੱਲ ਹੋ ਰਹੀ ਸੀ, ਪਰ ਜੋ ਵੀ ਅਸੀਂ ਕੀਤਾ, ਜੋ ਕੁਝ ਵੀ ਹੋਇਆ, ਉਹਦੇ ਵਿੱਚ ਕਿਤੇ ਵੀ ਉਹ ਖੇਤੀ ਨਜ਼ਰ ਨਹੀਂ ਆਈ। ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਜਿਨ੍ਹਾਂ ਲੋਕਾਂ ਨੇ ਪਹਿਲਾਂ 2 ਮਹੀਨੇ ਪੰਜਾਬ ਦੇ ਵਿੱਚ ਉਹ ਬੈਠੇ ਰਹੇ, ਉਸ ਤੋਂ ਬਾਅਦ ਵਿੱਚ ਹੁਣ 2 ਮਹੀਨਿਆਂ ਤੋਂ ਵੱਧ ਸਮਾਂ ਜਿਹੜਾ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ ਹੋ ਗਿਆ, ਸਾਨੂੰ ਉਹਨਾਂ ਬਾਰੇ ਵਿਚਾਰ ਕਰਨਾ ਚਾਹੀਦਾ। ਮੈਨੂੰ ਇੱਕ ਬੰਦੇ ਨੇ ਗੱਲ ਕਹੀ ਕਿ ਤੁਸੀਂ ਤਾਂ ਡਰਪੋਕ ਆ, ਤੁਸੀਂ ਡਰਦੇ ਆ, ਉੱਥੇ ਐਂ ਗੱਜਦੇ ਹੁੰਨੇ, ਅਸੀਂ ਤਾਂ ਐਂ ਧੱਕ ਪਾਉਨੇ ਹੁੰਨੇ। ਮੈਂ ਕਿਹਾ ਅਸੀਂ ਨਾ ਕਹੇ, ਤੂੰ ਗਿਆ ਸੀ ਉੱਥੇ, ਕਹਿੰਦਾ ਨਹੀਂ, ਤੂੰ ਆਪਦੀ ਸ਼ਮੂਲੀਅਤ ਕਿਉਂ ਕਰਵਾਉਣਾ? ਜੇ ਤੂੰ ਉੱਥੇ ਖੁਦ ਹੈ ਨਹੀਂ ਸੀ ਤਾਂ ਫਿਰ ਤੂੰ ਇਸ ਗੱਲ ਨੂੰ ਉਕਸਾਉਣਾ ਕਿਹੜੀ ਗੱਲੋਂ ਆ? ਤੂੰ 62-63 ਦਿਨ ਲਗਾਤਾਰ ਇੱਕ ਬਾਰਡਰ ਦੇ ਉੱਤੇ ਜਾ ਕੇ ਰਾਤਾਂ ਕੱਟ, ਉਹਦੀਆਂ ਠਾਰੀਆਂ ਦੇ ਵਿੱਚ ਬੈਠ, ਤੈਨੂੰ ਉੱਥੇ ਪਤਾ ਲੱਗੇ ਜੀ ਕਿ ਟਰਾਲੀ ਦੇ ਵਿੱਚ ਰਾਤ ਕੱਟਣੀ ਕਿਵੇਂ ਲੱਗਦੀ ਆ। ਤੇ ਉਸ ਤੋਂ ਬਾਅਦ ਤੂੰ ਗੱਲ ਕਰੀ 63ਵੇਂ ਦਿਨ ਵੀ ਆਪਾਂ ਤਾਂ ਐਂ ਕਰਦੇ ਆ। ਜਿਹੜੇ ਉੱਥੇ ਬੈਠੇ ਆ ਨਾ, ਉਹਨਾਂ ਦੇ ਮਨ ਦੇ ਉੱਤੇ ਕੀ ਬੀਤ ਰਹੀ ਆ, ਕਦੇ ਉਹਨਾਂ ਨੂੰ ਪੁੱਛ ਕੇ ਦੇਖ। ਬਿਲਕੁਲ ਸਹੀ। ਔਰ ਇਹ ਸਭ ਕੁਝ ਦੇ ਵਿੱਚ ਟਾਣਾ ਸਾਹਿਬ ਬਾਕੀ ਸਾਰੀਆਂ ਗੱਲਾਂ ਇੱਕ ਬੰਨੇ ਨੇ, ਪਰ ਇੱਥੇ ਅਫਵਾਹਾਂ ਦੀ ਗੱਲ ਕਰਨੀ ਵੀ ਬਣਦੀ ਹੈ, ਕਿਉਂਕਿ ਇਹ ਵੀ ਇੱਕ ਪਾਸੇ ਮੈਂ ਸ਼ੁਕਰ ਵੀ ਗੁਜ਼ਾਰ ਕਰਦੀ ਆ ਸੋਸ਼ਲ ਮੀਡੀਆ ਦਾ, ਜਿਹਦੇ ਕਰਕੇ ਬਹੁਤ ਸਾਰੀਆਂ ਸੱਚਾਈਆਂ ਵੀ ਸਾਹਮਣੇ ਆਈਆਂ ਨੇ, ਪਰ ਇਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਅਫਵਾਹਾਂ ਦਾ ਦੌਰ ਵੀ ਇਸ ਵੇਲੇ ਬਹੁਤ ਜ਼ਿਆਦਾ ਗਰਮ ਹੈ। ਬਹੁਤ ਸਾਰੇ ਲੋਕ ਤਰ੍ਹਾਂ ਦੀਆਂ ਚੀਜ਼ਾਂ ਉਹਦੇ ਉੱਪਰ ਲਿਖ ਰਹੇ ਨੇ, ਤਰ੍ਹਾਂ ਦੇ ਵਿਚਾਰ ਸਾਂਝੇ ਕਰ ਰਹੇ ਨੇ। ਸੋ ਮੈਨੂੰ ਇਹ ਲੱਗਦਾ ਕਿ ਇਹ ਵੇਲਾ ਆਪਣੇ ਵਿਚਾਰਾਂ ਨੂੰ ਡੱਕਣ ਦਾ ਹੈ। ਇਹ ਵੇਲਾ ਇਦਾਂ ਦੇ ਭੜਕੀਲੇ ਵਿਚਾਰ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਮਨ 'ਚ ਵਿਚਾਰ ਹੋਣ, ਉਹਨਾਂ ਵਿਚਾਰਾਂ ਨੂੰ ਅੱਗੇ ਵਧਾਉਣ ਦਾ ਨਹੀਂ ਹੈ। ਅਸੀਂ ਇਹ ਸੋਚੀਏ ਵੀ ਖੇਤੀ
ਖੇਤੀ ਕਾਨੂੰਨ ਕਿਵੇਂ ਰੱਦ ਹੋਣਗੇ? ਬਿਲਕੁਲ ਜੀ ਹਰਮਨ ਜੀ, ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ, ਪਰ ਦੂਜੀ ਗੱਲ ਇਹ ਮਹੱਤਵਪੂਰਨ ਕਿ ਗੋਦੀ ਮੀਡੀਆ ਨੂੰ ਅਸੀਂ ਆਪੇ ਮੌਕਾ ਦਿੱਤਾ जी ਉਹ ਤਾਂ ਵਾਰ-ਵਾਰ ਇਹ ਗੱਲ ਕਹਿੰਦੇ ਸੀ ਕਿ यहाँ पर खालिस्तानी बैठे हैं, यहाँ नक्सली हैं, यहाँ माओवादी हैं, ये तो हुड़दंग मचाने के लिए आए हैं, ये तो दिल्ली का नुकसान करेंगे। ਹੁਣ ਅਸੀਂ ਉਹਨਾਂ ਨੂੰ ਮੌਕਾ ਦਿੱਤਾ, ਉਹਨਾਂ ਦੀ ਗੱਲ ਸਹੀ ਸਾਬਤ ਕਰਕੇ ਦਿਖਾਤੀ ਹੈ। ਹਾਲਾਂਕਿ ਅਸਲ ਕਿਸਾਨ ਆ ਜਿਹੜੇ, ਚੰਗੀ ਸੋਚ ਵਾਲੇ ਕਿਸਾਨ ਆ ਜਿਹੜੇ, ਉਹ ਡਟੇ ਹੋਏ ਆ ਅੱਜ ਵੀ। ਪਰ ਹੁਣ ਆਪਾਂ ਇਹਨਾਂ ਨੂੰ ਕਿਵੇਂ ਮਾੜਾ ਕਹੀਏ? ਅੱਗੇ ਤਾਂ ਆਪਾਂ ਸਾਰੇ ਜਾਣੇ ਕਹਿੰਦੇ ਸੀ ਕਿ ਗੋਦੀ ਮੀਡੀਆ ਗਲਤ ਆ, ਇਹ ਸਾਡੀ ਹਰ ਖਬਰ ਨੂੰ ਤੋੜ ਮਰੋੜ ਕੇ ਪੇਸ਼ ਕਰਦਾ। ਹੁਣ ਤਾਂ ਅਸੀਂ ਤਸਵੀਰਾਂ ਦੇ ਦਿੱਤੀਆਂ ਉਹਨਾਂ ਨੂੰ, ਹੁਣ ਤਾਂ ਅਸੀਂ ਵੀਡੀਓ ਦੇ ਦਿੱਤੀਆਂ ਉਹਨਾਂ ਨੂੰ, ਹੁਣ ਤਾਂ ਅਸੀਂ ਉਹਨਾਂ ਨੇਤਾਵਾਂ ਨੂੰ ਵੀ ਸਹੀ ਸਾਬਤ ਕਰਤਾ, ਮੀਡੀਆ ਦੇ ਉਹਨਾਂ ਅੰਗਾਂ ਨੂੰ ਵੀ ਸਹੀ ਸਾਬਤ ਕਰਤਾ, ਅਸੀਂ ਏਜੰਸੀਆਂ ਨੂੰ ਵੀ ਸਹੀ ਸਾਬਤ ਕਰਤਾ ਜਿਹੜੇ ਕਹਿੰਦੇ ਸੀ ਕਿਸਾਨੀ ਦੇ ਭੇਸ ਦੇ ਵਿੱਚ ਇਹ ਗਲਤ ਲੋਕ ਆ ਕੇ ਬੈਠ ਗਏ ਆ। ਹੁਣ ਦੱਸੋ ਵੀ ਆਪਣੇ ਕੋਲੇ ਕਿਹੜਾ ਤਰਕਾ, ਕਿਹੜਾ ਤਰੀਕਾ ਵੀ ਆਪਾਂ ਇਹਨਾਂ ਨੂੰ ਗਲਤ ਸਾਬਤ ਕਰੀਏ? ਬਿਲਕੁਲ ਸਹੀ, ਦਾਗ ਲੱਗੇ ਕਦੇ ਵੀ ਧੋਤੇ ਨਹੀਂ ਜਾਂਦੇ ਹੁੰਦੇ। ਔਰ ਨਾਲ ਦੀ ਨਾਲ ਇੱਥੇ ਵੀ ਸਪਸ਼ਟ ਕਰਨਾ ਬਣਦਾ ਕਿ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਲੋਕਾਂ ਨੇ ਹਿੰਸਾ ਕੀਤੀ ਹੈ, ਜਿਨ੍ਹਾਂ ਲੋਕਾਂ ਨੇ ਜੋ ਵੀ ਉੱਥੇ ਕੱਲ ਕੀਤਾ, ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਅਸੀਂ ਦੱਸੇ ਹੋਏ ਰੂਟ ਦੇ ਉੱਪਰ ਹੀ ਆਪਣੀ ਟਰੈਕਟਰ ਪਰੇਡ ਕੱਢ ਰਹੇ ਸੀ ਔਰ ਸ਼ਾਂਤੀਪੂਰਵਕ ਕੱਢ ਰਹੇ ਸੀ। ਇਸੇ ਗੱਲ ਦੇ ਉੱਤੇ ਆਉਣ ਲੱਗਾ ਸੀਗਾ, ਨੈਗੇਟਿਵ ਨਿਊਜ਼, ਨਾ ਪੱਖੀ ਖਬਰ ਦੀ ਕਿਵੇਂ ਚਰਚਾ ਹੁੰਦੀ ਹੈ, ਉਹ ਇਹ ਹੈ ਕਿ ਬੈਰੀਕੇਡ ਤੋੜ ਦਿੱਤੇ, ਆ ਹੋ ਗਿਆ, ਉਹ ਹੋ ਗਿਆ, ਚਾਰੇ ਪਾਸੇ ਧੁੰਮ ਇਸ ਗੱਲ ਦੀ। ਪਰ ਜਿਹੜੇ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਪਰੇਡ ਕੱਢੀ ਆ, ਜਿਹੜੇ ਕਿਸਾਨਾਂ ਨੇ ਆਪਣਾ ਮਾਰਚ ਕੀਤਾ, ਜਿਨ੍ਹਾਂ ਦੇ ਉੱਤੇ ਦਿੱਲੀ ਵਾਸੀਆਂ ਨੇ ਫੁੱਲਾਂ ਦੀ ਵਰਖਾ ਕੀਤੀ, ਉਹਦੀ ਤਾਂ ਖਬਰ ਹੀ ਨਹੀਂ ਆਏਗੀ। ਆਪਾਂ ਇਸ ਗੱਲ ਨੂੰ ਵੀ ਉਭਾਰ ਗਏ। ਮੈਂ ਇੱਕ ਵੀਡੀਓ ਵੇਖੀ ਟਾਣਾ ਸਾਹਿਬ, ਜਿਹਦੇ ਵਿੱਚ ਇੱਕ ਕਿਸਾਨ, ਬਜ਼ੁਰਗ ਕਿਸਾਨ ਨੇ, ਉਹ ਜਿਹੜੇ ਪੁਲਿਸ ਵਾਲੇ ਸਾਈਡ ਤੇ ਖੜੇ ਨੇ ਨਾ, ਉਹਨਾਂ ਨੂੰ ਪਾਣੀ ਵਰਤਾ ਰਹੇ ਨੇ, ਜਲ ਵਰਤਾ ਰਹੇ ਨੇ। ਆਪਾਂ ਉਧਰ ਖਿਆਲ ਨਹੀਂ ਕੀਤਾ, ਗੋਦੀ ਮੀਡੀਆ ਨੇ ਉਸ ਵਾਲੇ ਪਾਸੇ ਖਿਆਲ ਨਹੀਂ ਕੀਤਾ, ਪਰ ਉਹਨਾਂ ਨੇ ਜਿੱਥੇ ਸਿਰਫ ਹਿੰਸਾ ਹੋਈ ਸਿਰਫ ਉਹਦੀ ਗੱਲ ਕੀਤੀ, ਹੋਰ ਕੁਝ ਉਹਨਾਂ ਨੂੰ ਨਜ਼ਰ ਨਹੀਂ ਆਇਆ। ਜੇਕਰ ਆਪਾਂ ਇਹ ਗੱਲ ਕਰਦੇ ਆ, ਜੇ ਆਪਣੀ ਪੱਤਰਕਾਰੀ ਦਾ ਫਰਜ਼ ਆ ਜਿਹੜਾ ਇਹਦੇ ਵਿੱਚ ਵੀ ਸ਼ਾਮਿਲ ਆ, ਚਲੋ ਅਸੀਂ ਮੰਨ ਗਏ ਵੀ ਜਿਹੜੇ ਲੋਕਾਂ ਨੇ ਗਲਤ ਕੀਤਾ ਤੁਸੀਂ ਉਭਾਰੋ ਇਸ ਗੱਲ ਨੂੰ, ਪਰ ਜਿਹੜੇ 150 ਤੋਂ ਵੱਧ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਗਏ, ਕੀ ਤੁਸੀਂ ਉਹਨਾਂ ਦੀਆਂ ਖਬਰਾਂ ਵੀ ਉਵੇਂ ਪੇਸ਼ ਕੀਤੀਆਂ? ਜਿਹੜੇ ਇੰਨੇ ਲੰਮੇ ਸਮੇਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ, ਉਹ ਆਪਣਾ ਪ੍ਰਬੰਧ ਆਪੇ ਕਰਕੇ ਅੱਧੀ ਦਿੱਲੀ ਨੂੰ ਰਜਾ ਰਹੇ ਹਰ ਰੋਜ਼, ਕੀ ਆਪਾਂ ਕਦੇ ਉਹਨਾਂ ਦੀ ਵੀ ਖਬਰ ਕੀਤੀ ਸਾਂਝੀ? ਆਪਾਂ ਉਦੋਂ ਕਹਿੰਦੇ ਫੰਡਿੰਗ ਹੁੰਦੀ ਆ, ਪਰ ਇੱਥੋਂ ਹੀ ਲੰਗਰ ਛਕ ਕੇ ਇਹਨਾਂ ਦੇ ਖਿਲਾਫ ਬੋਲਣ ਲੱਗ ਪੈਂਦੇ ਆ। ਇਹ ਵੀ ਕਿੱਥੋਂ ਦੀ ਪੱਤਰਕਾਰੀ ਆ ਜੀ? ਹਰਮਨ ਜੀ, ਦੀਪ ਸਿੱਧੂ ਦੇ ਬਾਬਤ ਬਹੁਤ ਸਾਰੀਆਂ ਖਬਰਾਂ ਆ ਰਹੀਆਂ। ਦੀਪ ਸਿੱਧੂ ਦੇ ਵੱਲੋਂ ਤਾਂ ਵੀਡੀਓ ਦੇ ਰਾਹੀਂ ਇਹ ਗੱਲ ਕਹੀ ਗਈ ਹੈ ਕਿ ਭਾਈ ਮੈਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ, ਪਰ ਮੈਂ ਹੁਣੇ ਨਾ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਇੱਕ ਬੜੀ ਵਧੀਆ ਤਕਰੀਰ ਸੁਣ ਕੇ ਹਟਿਆ। ਉਹਨਾਂ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਹੈ ਵੀ ਜਿਹੜੀ ਗੱਲ ਦਾ ਸਾਨੂੰ ਡਰ ਸੀ ਤੇ ਉਹੀ ਗੱਲ ਹੁਣ ਹੋ ਗਈ ਹੈ। ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਹੈ ਕਿ ਪੰਨੂ, ਪੰਧੇਰ ਤੇ ਦੀਪ ਸਿੱਧੂ ਇਹ ਤਿੰਨੇ ਜਾਣੇ ਗੱਦਾਰ ਹੈਗੇ ਆ। ਇਹ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਕੋਈ ਵੀ ਹੋਰ ਗੱਦਾਰੀ ਕਰਦਾ ਤੇ ਉਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਦੇਖੋ, ਸਭ ਦੇ ਆਪੋ ਆਪਣੇ ਵਿਚਾਰ ਆ, ਕੋਈ ਹੋ ਸਕਦਾ ਕਵੇ ਵੀ ਇਹਨਾਂ ਨੇ ਸਹੀ ਕੀਤਾ, ਕੋਈ ਹੋ ਸਕਦਾ ਕਵੇ ਵੀ ਇਹਨਾਂ ਨੇ ਬਿਲਕੁਲ ਗਲਤ ਕੀਤਾ, ਪਰ ਇਸ ਵਕਤ ਉਕਸਾਉਣ ਵਾਲੇ ਆ ਜਿਹੜੇ, ਉਹਨਾਂ ਨੇ ਬਾਅਦ ਦੇ ਵਿੱਚ ਲੱਭਣਾ ਨਹੀਂਗਾ। ਇਸ ਵਕਤ 22 ਲੋਕਾਂ ਦੇ ਉੱਤੇ ਦਿੱਲੀ ਦੀ ਪੁਲਿਸ ਦੇ ਵੱਲੋਂ FIR ਦਰਜ ਕੀਤੀ ਗਈ ਆ। ਪਿੱਟਣੇ ਕਿਸੇ ਦੇ ਪਾਏ ਆ, ਭੁਗਤਣੀ ਕਿਸੇ ਨੂੰ ਪੈਣੀ ਆ। ਇਸ ਗੱਲ ਦਾ ਚੇਤਾ ਰੱਖਿਓ, ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂਗਾ। ਸਾਨੂੰ ਤਾਂ ਅੱਜ ਕੋਈ ਵੀ ਮਿਲੇ ਅਸੀਂ ਉਹਦੀ ਇੰਟਰਵਿਊ ਕਰਾਂਗੇ, ਜਿਹੜੇ ਕਿ ਵਰਤਮਾਨ ਸਮੇਂ ਦੇ ਵਿੱਚ ਸਵਾਲ ਉੱਠਦੇ ਆ ਉਹਨਾਂ ਨੂੰ ਪੁੱਛਾਂਗੇ। ਪਰ ਦੀਪ ਸਿੱਧੂ ਦੇ ਵੱਲੋਂ ਤਾਂ ਇਹ ਗੱਲ ਕਹੀ ਗਈ ਆ ਕਿ ਮੇਰਾ ਕਸੂਰ ਕੋਈ ਨਹੀਂ, ਪਰ ਲਗਾਤਾਰ ਕਿਸਾਨ ਆਗੂ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿ ਰਹੇ ਆ ਕਿ ਉਹਦੇ ਵੱਲੋਂ ਭੜਕਾਉਣ ਦਾ ਕੰਮ ਕੀਤਾ ਗਿਆ। ਜੀ, ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਜੇ ਆਪਾਂ 25 ਤਰੀਕ ਦੇ ਉੱਪਰ ਵੀ ਝਾਤ ਮਾਰੀਏ ਤਾਂ ਉਹਨੂੰ ਲੈ ਕੇ ਵੀ ਸਾਹਮਣੇ ਹੁਣ ਆ ਰਹੀਆਂ ਨੇ ਹੌਲੀ ਹੌਲੀ ਕਿ ਕਿਸ ਤਰੀਕੇ ਦੇ ਨਾਲ 25 ਤਰੀਕ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਸੀ ਉਹਨੂੰ ਕੈਪਚਰ ਕੀਤਾ ਗਿਆ ਔਰ ਉਹਦੇ ਉੱਪਰ ਕਿਸ ਤਰੀਕੇ ਦੀ ਭਾਸ਼ਣਬਾਜ਼ੀ ਹੋਈ ਹੈ, ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ ਨੇ। ਉਸ ਤੋਂ ਬਾਅਦ ਵਿੱਚ ਕਿਸ ਤਰੀਕੇ ਨਾਲ ਲਾਲ ਕਿਲੇ ਵੱਲ ਨੂੰ ਕੂਚ ਕੀਤਾ ਗਿਆ, ਕਿਵੇਂ ਉੱਥੇ ਸਾਰਾ ਕੁਝ ਹੋਇਆ। ਇਹ ਸਾਰੀਆਂ ਤਸਵੀਰਾਂ, ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਔਰ ਕਈ ਤਰ੍ਹਾਂ ਦੇ ਸਵਾਲ ਇਹਨਾਂ ਨੇ ਜ਼ਰੂਰ ਖੜੇ ਕਰਤੇ। ਟਾਣਾ ਸਾਹਿਬ, ਲੱਖਾਂ ਦੀ ਗਿਣਤੀ ਦੇ ਵਿੱਚ ਪੁਲਿਸ ਹੋਵੇ, ਲੱਖਾਂ ਦੀ ਗਿਣਤੀ ਦੇ ਵਿੱਚ ਆਰਮੀ ਲੱਗੀ ਹੋਵੇ, CRPF ਹੋਵੇ, ਸਾਰੇ ਉੱਥੇ ਹੋਣ ਔਰ ਇਸ ਤਰੀਕੇ ਨਾਲ ਲੋਕਾਂ ਦਾ ਉੱਥੇ ਪਹੁੰਚ ਜਾਣਾ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਬਿਲਕੁਲ ਜੀ, ਇਹ ਗੱਲ ਸਹੀ ਹੈ ਕਿ 26 ਜਨਵਰੀ ਦਾ ਮੌਕਾ ਹੋਵੇ ਜਾਂ ਗਣਤੰਤਰ ਦਿਵਸ ਹੋਵੇ ਤੇ ਜਾਂ ਹੋਵੇ ਸੁਤੰਤਰ ਦਿਵਸ, ਜਿਹਨੂੰ ਅਸੀਂ ਆਜ਼ਾਦੀ ਦਿਹਾੜਾ ਕਹਿੰਦੇ ਹਾਂ, ਉਦੋਂ ਤਾਂ ਲਾਲ ਕਿਲੇ ਦੇ ਵਿੱਚ ਤੇ ਆਲੇ ਦੁਆਲੇ ਦੇ ਹੋਰ ਖੇਤਰਾਂ ਦੇ ਵਿੱਚ ਬਹੁਤ ਵੱਡੀ ਸੁਰੱਖਿਆ ਹੁੰਦੀ ਆ। ਇਹ ਕਿਵੇਂ ਹੋ ਗਿਆ ਸੰਭਵ ਕਿ ਲਾਲ ਕਿਲੇ ਤੱਕ ਲੋਕ ਪਹੁੰਚ ਵੀ ਜਾਂਦੇ ਆ ਤੇ ਪੁਲਿਸ ਜਿਹੜੀ ਮੂਕ ਦਰਸ਼ਕ ਬਣ ਕੇ ਖੜੀ ਰਹਿੰਦੀ ਆ। ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ। ਹੁਣ ਜੋ ਮੀਟਿੰਗ ਦਰ ਮੀਟਿੰਗ ਹੋ ਰਹੀ ਹੈ, ਜੇਕਰ ਪਹਿਲਾਂ ਵੇਲਾ ਵਿਚਾਰਿਆ ਹੁੰਦਾ ਤਾਂ ਮੇਰਾ ਖਿਆਲ ਆ ਵੀ ਅੱਜ ਵਾਲੇ ਨਤੀਜੇ ਨਹੀਂ ਸੀ ਆਉਣੇ। ਹੁਣ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਵੀ ਆਪਾਂ ਚੱਕ ਦਿਆਂਗੇ, ਆਪਾਂ ਐਂ ਕਰ ਦਿਆਂਗੇ, ਮੈਂ ਹੁਣੇ ਇੱਕ ਆਗੂ ਦਾ ਬਿਆਨ ਸੁਣ ਕੇ ਹਟਿਆ। ਉਹ ਕਹਿੰਦਾ ਜੀ ਅਸੀਂ 3-4 ਜਦੋਂ ਲਗਾਤਾਰ ਬੈਰੀਕੇਡ ਤੋੜੇ ਕੋਈ ਸਮੱਸਿਆ ਹੀ ਨਹੀਂ ਸੀ, ਅਸੀਂ ਅਮਨ ਅਮਾਨ ਦੇ ਨਾਲ ਲਗਾਤਾਰ ਬੈਰੀਕੇਡ ਤੋੜ ਰਹੇ ਸੀ। ਮੈਂ ਕਿਹਾ ਵੀ ਅਮਨ ਅਮਾਨ ਦੇ ਨਾਲ ਬੈਰੀਕੇਡ ਵੀ ਤੋੜੇ ਜਾਂਦੇ ਆ, ਫਿਰ ਤੁਸੀਂ ਅਮਨ ਅਮਾਨ ਦੀ ਪਰਿਭਾਸ਼ਾ ਵੀ ਹੋਰ ਰੱਖ ਲਈ। ਜੇਕਰ 32 ਕਿਸਾਨ ਜਥੇਬੰਦੀਆਂ ਇਹ ਗੱਲ ਕਹਿਣੀਆਂ ਵੀ ਆਪਾਂ ਐਂ ਨਹੀਂ ਜਾਣਾ,
ਤੇ ਮੇਰੇ ਵਰਗਾ ਉੱਠ ਕੇ ਕਹਿ ਦੇਣਾ ਨਾ ਆਪਾਂ ਤਾਂ ਐਂ ਨਹੀਂ ਜਾਣਾ, ਤੇ ਫਿਰ ਮੇਰੀ ਮੰਨਣੀ ਹੈ ਕਿ ਉਹਨਾਂ ਦੀ ਮੰਨਣੀ ਹੈ, ਇਹ ਤਾਂ ਆਪਾਂ ਨਿਰਖ ਪਰਖ ਕਰਨੀ ਹੈ ਜੀ। ਔਰ ਉਸ ਤੋਂ ਬਾਅਦ ਵਿੱਚ ਇੱਕਦਮ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਅਸੀਂ ਕਹਿ ਰਹੇ ਹਾਂ, ਲੋਕ ਇਹ ਸਵਾਲ ਚੁੱਕ ਰਹੇ ਨੇ ਇਸ ਵੇਲੇ। ਤੁਸੀਂ ਕਿਤੇ ਵੀ ਜਾ ਕੇ ਗੱਲ ਕਰੋ ਤਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਸਨੀ ਦਿਓਲ ਦਾ ਇੱਕਦਮ ਟਵੀਟ ਆਉਣਾ ਤੇ ਦੁਬਾਰਾ ਤੋਂ ਇਸ ਗੱਲ ਨੂੰ ਦੁਹਰਾਉਣਾ ਕਿ ਮੇਰਾ ਕੋਈ ਵੀ ਰਿਸ਼ਤਾ ਦੀਪ ਸਿੱਧੂ ਨਾਲ ਨਹੀਂ ਹੈ। ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ, ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਇੱਕਦਮ ਜਦ ਇਹ ਗੱਲ ਪਹਿਲਾਂ ਹੋ ਚੁੱਕੀ ਹੈ ਤਾਂ ਦੁਬਾਰਾ ਸਨੀ ਦਿਓਲ ਨੂੰ ਕਰਨ ਦੀ ਲੋੜ ਕੀ ਪਈ ਸੀ। ਸੋ ਕਈ ਤਰ੍ਹਾਂ ਦੇ ਸਵਾਲ, ਕਈ ਤਰ੍ਹਾਂ ਦੇ ਸ਼ੱਕ, ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਸ ਵੇਲੇ ਲੋਕਾਂ ਦੇ ਮਨਾਂ 'ਚ ਉੱਭਰ ਰਹੀਆਂ ਨੇ। ਲੋਕ ਗੱਲ ਕਹਿੰਦੇ ਵੀ ਆਪਾਂ ਇੱਕ ਆ ਵੀ ਮਸਲਾ ਹੱਲ ਕਰਾਉਣਾ, ਇੱਕ ਆ ਵੀ ਮਸਲਾ ਹੱਲ ਕਰਾਉਣਾ, ਹੁਣ ਅਸੀਂ ਇੱਥੇ ਪਹੁੰਚੇ ਹੀ ਆ ਤਾਂ ਆਪਾਂ ਲਾਲ ਕਿਲੇ ਦੇ ਉੱਤੇ ਪਹੁੰਚ ਕੇ ਆ ਵੀ ਮਸਲਾ ਹੱਲ ਕਰਵਾ ਲਈਏ। ਦੇਖੋ ਮਸਲੇ ਪੰਜਾਬ ਦੇ ਬਹੁਤ ਸਾਰੇ ਆ, ਪਰ ਸਾਡਾ ਤਾਂ ਇੱਕ ਨਹੀਂ ਹੱਲ ਹੁੰਦਾਗਾ ਖੇਤੀ ਕਾਨੂੰਨ ਵਾਲਾ, ਤੇ ਜੇਕਰ ਅਸੀਂ 15 ਨਾਲ ਹੋਰ ਮਸਲੇ ਲੈ ਕੇ ਚੱਲਾਂਗੇ ਤਾਂ ਫਿਰ ਸਾਡਾ ਹੱਲ ਕਿਹੜਾ ਹੋਣਾ। ਇਸ ਕਰਕੇ ਜਿਹੜੇ ਕੰਮ ਦੇ ਲਈ ਆਪਾਂ ਘਰੋਂ ਨਿਕਲੇ ਆ ਪਹਿਲਾਂ ਆਪਾਂ ਉਹ ਹੱਲ ਕਰ ਲਈਏ, ਬਾਅਦ ਦੇ ਵਿੱਚ ਆਪਾਂ ਅਗਲੇ ਮਸਲੇ ਦੇ ਵੱਲ ਵਧਾਂਗੇ। ਜਿਹੜੇ ਚੁੱਕਣਾ ਦੇ ਵਿੱਚ ਲਿਆਉਂਦੇ ਆ ਵੀ ਭਾਈ ਚੱਕ ਦਿਓ ਫੱਟੇ ਤੁਹਾਡੇ ਨਾਲ ਖੜੇ ਆ, ਉਹ ਤਾਂ ਐਂ ਜੇ ਕਰਕੇ ਨਾ ਤੇ ਨਿਕਲ ਜਾਂਦੇ ਆ ਤੇ ਬਾਅਦ ਦੇ ਵਿੱਚ ਲੱਭਿਆ ਨਹੀਂ ਲੱਭਦੇ। ਨਾ ਹੁਣ ਤਾਂ ਐ ਕਰਕੇ ਨਿਕਲਦਿਆਂ ਦੀਆਂ ਵੀਡੀਓਜ਼ ਨਹੀਂ ਆਈਆਂ, ਹੁਣ ਤਾਂ ਭੱਜ ਕੇ ਜਾਂਦਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਨੇ ਵੀ ਜਦੋਂ ਲੋਕਾਂ ਨੇ ਸਵਾਲ ਕੀਤਾ, ਜਦੋਂ ਲੋਕਾਂ ਨੇ ਘੇਰਾ ਪਾਇਆ ਤਾਂ ਉਹਨਾਂ ਨੂੰ ਪਹਿਲਾਂ ਤਾਂ ਇਹ ਕਿਹਾ ਵੀ ਜਵਾਬ ਦੇਣਾ ਥੱਲੇ ਆ ਕੇ, ਤੇ ਮੁੜ ਕੇ ਪਤਾ ਹੀ ਨਹੀਂ ਲੱਗਿਆ ਵੀ ਆਪਾਂ ਕਿੱਧਰੋਂ ਕਹਿ ਹੋ ਗਏ। ਜੇਕਰ ਤੁਸੀਂ ਸੱਚੇ ਹੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਜੋ ਕੀਤਾ ਤੁਸੀਂ ਉਹ ਠੀਕ ਕੀਤਾ, ਤੇ ਫਿਰ ਉੱਤੇ ਖੜ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਗਏ। ਬਿਲਕੁਲ ਸਹੀ ਗੱਲ। ਜੱਜ ਦਾ ਵਿਚਾਰ। ਰਾਣਾ ਸਾਹਿਬ, ਵੈਸੇ ਤਾਂ ਹਰ ਇੱਕ ਔਰਤ ਦਾ, ਹਰ ਇੱਕ ਬੀਬੀ ਦਾ ਸਤਿਕਾਰ ਕਰਨਾ ਬਣਦਾ ਹੈ, ਪਰ ਕੁਝ ਇੱਕ ਬੀਬੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਨਾ ਚਾਹੁੰਦੇ ਹੋਏ ਵੀ ਸਤਿਕਾਰ ਹਾਸਲ ਨਹੀਂ ਕਰ ਪਾਉਂਦੀਆਂ। ਦੇਖੋ ਮੈਂ ਤਾਂ ਇਹ ਚਾਹੁੰਦਾ ਕਿ ਸਤਿਕਾਰ ਫੇਰ ਵੀ ਕਰਗੇ, ਇਸ ਕਰਕੇ ਵੀ ਚਲੋ ਉਹ ਔਰਤ ਆ, ਔਰਤ ਦਾ ਸਤਿਕਾਰ ਕਰਨਾ ਚਾਹੀਦਾ। ਇਹ ਤਾਂ ਸਾਡੇ ਗੁਰੂ ਸਾਹਿਬਾਨ ਨੇ ਵੀ ਗੱਲ ਕਹੀ ਹੈ, ਪਰ ਉਹ ਗੱਲ ਵੱਖਰੀ ਹੈ ਵੀ ਟਿੱਡੀਆਂ ਨੂੰ ਜ਼ੁਕਾਮ ਜਦੋਂ ਹੋ ਜਾਏ ਤਾਂ ਉਦੋਂ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਪਰ ਜਿਸ ਤਰੀਕੇ ਦੇ ਨਾਲ ਹੁਣ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਜਦੋਂ ਕਿਸੇ ਨੂੰ ਮੌਕਾ ਮਿਲ ਜਾਂਦਾ ਨਾ ਵੀ ਆਰ ਲਾਉਣ ਦਾ, ਉਦੋਂ ਉਹ ਫਿਰ ਮੌਕਾ ਛੱਡਦਾ ਨਹੀਂਗਾ ਜਿਹੜਾ ਸਾਡੇ ਖਿਲਾਫ ਹੋਵੇ। ਹੁਣ ਤੱਕ ਅਸੀਂ ਜਦੋਂ ਇਹ ਗੱਲ ਕਹਿੰਦੇ ਸੀ ਵੀ ਕਿਸਾਨ ਅੱਤਵਾਦੀ ਨਹੀਂ, ਇਹ ਖਾਲਿਸਤਾਨੀ ਨਹੀਂ, ਤੇ ਕੰਗਣਾ ਰਣੌਤ ਜਦੋਂ ਕਹਿੰਦੀ ਸੀ ਵੀ ਇਹ ਤਾਂ ਆਤੰਕਵਾਦੀ ਹੈ, ਤਾਂ ਆਪਾਂ ਸਾਰੇ ਜਿਹੜੇ ਆ ਕਲਾਕਾਰ ਵੀ ਕਿਸਾਨ ਵੀ ਉਹਨੂੰ ਟੁੱਟ ਕੇ ਪੈ ਜਾਂਦੇ ਸੀ ਵੀ ਤੈਨੂੰ ਕੀ ਪਤਾ, ਤੂੰ ਆ ਕੇ ਦੇਖ ਇੱਥੇ। ਪਰ ਹੁਣ ਉਹਨੇ ਇਹ ਗੱਲ ਕਹੀ ਹੈ ਵੀ ਦਲਜੀਤ ਨੂੰ ਤੇ ਪ੍ਰਿਯੰਕਾ ਚੋਪੜਾ ਨੂੰ ਤੇ ਬਾਕੀ ਲੋਕਾਂ ਨੂੰ ਮੁਬਾਰਕਾਂ ਜਿਨ੍ਹਾਂ ਨੇ ਇਹ ਹਿੰਸਾ ਨੂੰ ਦੇਖ ਕੇ ਤੇ ਅੱਖਾਂ ਬੰਦ ਕਰ ਲਈਆਂ। ਉਹ ਕਹਿੰਦੀ ਜੀ ਮੈਂ ਤਾਂ ਪਹਿਲਾਂ ਕਹਿੰਦੀ ਸੀ ਅੱਤਵਾਦੀ ਆ, ਤੇ ਮੈਂ ਤਾਂ ਹੁਣ ਵੀ ਕਹਿਣੀ ਹੈ ਅੱਤਵਾਦੀ ਹੈ ਜਿਹੜੇ ਹਿੰਸਾ ਕਰਦੇ ਜਾਂ ਇਹਨਾਂ ਲੋਕਾਂ ਦਾ ਸਮਰਥਨ ਕਰਦੇ ਆ। ਮਤਲਬ ਉਹਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ ਤੇ ਉਹ ਆਪਣੀਆਂ ਗੱਲਾਂ ਹੁਣ ਖੋਲ ਕੇ ਕਰ ਰਹੀ ਹੈ। ਪਰ ਗੱਲ ਇਹ ਹੈ ਰਾਣਾ ਸਾਹਿਬ ਵੀ ਤੁਸੀਂ ਕਿਸੇ ਨੂੰ ਵੀ ਸਰਟੀਫਿਕੇਟ ਆਨਲਾਈਨ ਜਾ ਕੇ ਸੋਸ਼ਲ ਮੀਡੀਆ ਤੇ ਕਿਵੇਂ ਵੰਡ ਸਕਦੇ ਹੋ ਬਈ? ਹੋਰ ਕੋਈ ਬੋਲੇ ਤਾਂ ਉਹ ਦੇਸ਼ ਧਰੋਹੀ ਹੈ, ਹੋਰ ਕੋਈ ਬੋਲੇ ਤਾਂ ਉਹਨੂੰ ਇਹ ਬੋਲਣ ਦਾ ਹੱਕ ਨਹੀਂ ਹੈ, ਉਹਦੇ ਖਿਲਾਫ ਪਰਚੇ ਹੁੰਦੇ ਨੇ। ਇਹ ਬੀਬੀ ਜਦੋਂ ਮੂੰਹ ਚ ਆਉਂਦਾ ਜੋ ਆਉਂਦਾ ਤਿਉਂ ਫਾ ਬੋਲਦੀ ਰਹਿੰਦੀ ਹੈ, ਇਹਦੇ ਖਿਲਾਫ ਕੀ ਗੱਲ ਕੋਈ ਕਾਰਵਾਈ ਨਹੀਂ? ਹੁਣ ਤਾਂ ਸ਼ਰੇਆਮ ਹੀ ਬੀਬੀ ਲਿਖਦੀ ਹੈ ਕਿ ਜਿਹੜੇ ਲੋਕ ਇਸ ਹਿੰਸਾ ਦਾ ਜਾਂ ਇਹਨਾਂ ਲੋਕਾਂ ਦਾ ਸਮਰਥਨ ਕਰਦੇ ਨੇ ਉਹ ਵੀ ਅੱਤਵਾਦੀ ਨੇ। ਸੋ ਜਾਂ ਤਾਂ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਪਰਿਭਾਸ਼ਾ ਕੀ ਹੈ ਇਹਨਾਂ ਦੀ ਕਾਰਵਾਈ ਕਰਨ ਦਾ ਤਰੀਕਾ ਕੀ ਹੈ। ਮਤਲਬ ਇਕੁਐਲਿਟੀ ਹੋਣੀ ਚਾਹੀਦੀ, ਸਮਾਨਤਾ ਹੋਣੀ ਚਾਹੀਦੀ ਹੈ। ਕੋਈ ਵੀ ਗਲਤ ਕਰੇ, ਚਾਹੇ ਮੈਂ ਕਰਾਂ, ਚਾਹੇ ਤੁਸੀਂ ਕਰੋ, ਚਾਹੇ ਕੋਈ ਵੀ ਕਰੇ, ਉਹਦੇ ਖਿਲਾਫ ਇੱਕੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ। ਨਾਲੇ ਬੀਬੀ ਨੂੰ ਤਾਂ ਮਿਰਚਾਂ ਲੱਗਣੀਆਂ ਸੀ ਨਾ, ਕਿਉਂਕਿ 6-7 ਵੱਡੇ ਬ੍ਰਾਂਡਸ ਨੇ ਜਿਨ੍ਹਾਂ ਨੇ ਕਿ ਆਪਣੇ ਜਿਹੜੇ ਕੰਟਰੈਕਟ ਆ ਉਹ ਰੱਦ ਕਰ ਦਿੱਤੇ ਇਸ ਬੀਬੀ ਨਾਲ। ਜੀ, ਤੋੜ ਦਿੱਤਾ ਨਾਤਾ। ਉਹ ਕਹਿੰਦੇ ਵੀ ਤੂੰ ਕਿਸਾਨਾਂ ਨੂੰ ਅੱਤਵਾਦੀ ਕਹਿੰਦੀ ਹੈ, ਇਸ ਲਈ ਅਸੀਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ। ਸੋ ਉਧਰ ਜਿਹੜੀ ਮਾਇਕ ਉਹ ਆਈ ਹੈ ਨਾ, ਹਾਂਜੀ, ਉਹ ਝਟਕਾ ਲੱਗਿਆ, ਉਹਦੇ ਕਰਕੇ ਵੀ ਇੱਕ ਬੋਲਣਾ ਸੀ, ਇੱਕ ਗੱਲ ਕਰਨ ਦਾ ਮੌਕਾ ਲੱਭ ਗਿਆ। ਬਿਲਕੁਲ ਜੀ। ਤੇ ਅਗਲੀ ਗੱਲ ਇਹ ਆ ਕਿ ਹਿੰਸਾ ਦੇ ਤਾਂ ਅਸੀਂ ਵੀ ਖਿਲਾਫ ਆ। ਹਿੰਸਾ ਦੇ ਹੱਕ ਦੇ ਵਿੱਚ ਕੌਣ ਆ ਪਹਿਲਾਂ ਤਾਂ ਇਹ ਦੱਸੋ। ਉਹੀ ਮੈਂ ਕਹਿ ਰਹੀ ਹਾਂ, ਜਿਹੜੇ ਉੱਥੇ ਕਿਸਾਨ ਬੈਠੇ ਆ ਅੱਜ ਵੀ, ਉਹਨਾਂ ਨੇ ਕਦੇ ਹਿੰਸਾ ਨਹੀਂ ਕੀਤੀ। ਇਸ ਬੀਬੀ ਨੂੰ ਇਸ ਗੱਲ ਦਾ ਪਤਾ ਨਹੀਂਗਾ ਵੀ ਜਿਨ੍ਹਾਂ ਨੇ ਕੱਲ ਸ਼ਾਂਤਮਈ ਤਰੀਕੇ ਨਾਲ ਪਰੇਡ ਕੀਤੀ ਹੈ ਨਾ, ਉਹਨਾਂ ਨੇ ਕਿਸੇ ਦਾ ਇੱਕ ਪੱਤਾ ਨਹੀਂ ਤੋੜਿਆ ਜੀ, ਉਹਨਾਂ ਨੇ ਇੱਕ ਵੀ ਜਿਹੜਾ ਨਾਰਾ ਗਲਤ ਨਹੀਂ ਲਾਇਆ, ਉਹਨਾਂ ਨੇ ਕੋਈ ਸ਼ੀਸ਼ਾ ਨਹੀਂ ਤੋੜਿਆ, ਉਹਨਾਂ ਨੇ ਕਿਸੇ ਦੇ ਲਈ ਕੋਈ ਅਪੱਧਰ ਸ਼ਬਦਾਵਲੀ ਨਹੀਂ ਵਰਤੀ। ਉਹ ਸ਼ਾਂਤਮਈ ਤਰੀਕੇ ਨਾਲ ਗਏ ਆ। ਤੇ ਜਦੋਂ ਉਹ ਕਿਸਾਨ ਆਗੂਆਂ ਨੇ ਕਹਿਤਾ ਵੀ ਹੁਣ ਪਰੇਡ ਰੱਦ ਕੀਤੀ ਜਾਂਦੀ ਹੈ ਕਿਉਂਕਿ ਹਿੰਸਾ ਦੀਆਂ ਖਬਰਾਂ ਮਿਲ ਗਈਆਂ, ਵਾਪਸ ਚਲੇ ਗਏ ਤੇ ਨਾਲ ਦੀ ਨਾਲ ਨੌਜਵਾਨ ਵਾਪਸ ਤੁਰ ਪਏ ਆ। ਉਹਨਾਂ ਨੇ ਕੋਈ ਇਤਰਾਜ਼ ਨਹੀਂ ਜ਼ਾਹਰ ਕੀਤਾ ਕਿਉਂਕਿ ਜ਼ਿੰਦਗੀ ਦੀ ਕੀਮਤ ਵੀ ਬਹੁਤ ਆ ਤੇ ਹੱਕ ਵੀ ਆਪਾਂ ਲੈਣੇ ਆ। ਪਰ ਕੰਗਣਾ ਰਣੌਤ ਵਾਲੇ ਕੀ ਕਵਾਂ ਤੇ ਕੀ ਨਾ ਕਵਾਂ। ਨਹੀਂ, ਮੈਨੂੰ ਇਹ ਨਹੀਂ ਸਮਝ ਆਈ ਰਾਣਾ ਸਾਹਿਬ। ਦੇਖੋ, ਭੀੜ ਦੇ ਵਿੱਚ ਭੀੜ ਦਾ ਕੋਈ ਮੂੰਹ ਨਹੀਂ ਹੁੰਦਾ, ਕੋਈ ਜਾਤ, ਕੋਈ ਰੰਗ, ਕੋਈ ਬਰਾਦਰੀ ਨਹੀਂ ਹੁੰਦੀ। ਭੀੜ ਦੇ ਵਿੱਚ ਕੋਈ ਵੀ ਹੋ ਸਕਦਾ ਹੈ। ਇਹ ਕੀ ਗਾਰੰਟੀ ਹੈ ਕਿ ਉਹ ਜਿਹੜੇ ਲੋਕ ਜਿਨ੍ਹਾਂ ਨੇ ਹਿੰਸਾ ਕੀਤੀ ਉਹ ਸਾਰੇ ਕਿਸਾਨ ਹੀ ਸੀ? ਬਹੁਤ ਸਾਰੀਆਂ ਤਸਵੀਰਾਂ ਤਾਂ ਇਹੋ ਜਿਹੀਆਂ ਵੀ ਸਾਹਮਣੇ ਆਈਆਂ ਜਿਹਦੇ ਵਿੱਚ ਦਿੱਲੀ ਪੁਲਿਸ ਹੀ ਡੰਡੇ ਮਾਰ ਰਹੀ ਹੈ, ਕਦੇ ਟਰੈਕਟਰਾਂ ਨੂੰ, ਕਦੀ ਗੱਡੀਆਂ ਨੂੰ। ਉਹਦੇ ਬਾਰੇ ਬੀਬੀ ਕੀ ਕਹੇਗੀ? ਬਹੁਤ ਸਾਰੀਆਂ ਤਸਵੀਰਾਂ ਇਹੋ ਜਿਹੀਆਂ ਆਈਆਂ ਜਿਹਦੇ ਵਿੱਚ ਬੰਦੇ ਫੜੇ ਗਏ ਨੇ ਜਿਹੜੇ ਕਿ ਮੰਨ ਰਹੇ ਨੇ ਕਿ ਸਾਨੂੰ ਕਿਸੇ ਨੇ ਭੇਜਿਆ ਸੀ ਭਾਈ ਵੀ ਇੱਥੇ ਹਿੰਸਾ ਭੜਕਾਉਣੀ ਹੈ, ਹਨਾ। ਤੁਸੀਂ
ਇੱਕ ਦੀ ਗਲਤੀ ਦੇ ਲਈ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਭੰਡ ਸਕਦੇ। ਇਹ ਤੁਹਾਨੂੰ ਪਹਿਲਾਂ ਹੀ ਗਰੰਟੀ ਹੋਣੀ ਚਾਹੀਦੀ ਹੈ ਵੀ ਜਿਨ੍ਹਾਂ ਨੇ ਵੀ ਹਿੰਸਾ ਕੀਤੀ ਉਹ ਕਿਸਾਨ ਹੀ ਸੀ। ਪਹਿਲਾਂ ਤਾਂ ਇਹਦਾ ਤੁਸੀਂ ਉਹ ਲੈ ਕੇ ਆਓ ਨਾ ਪ੍ਰਮਾਣ ਪੱਤਰ ਵੀ ਉਹ ਕਿਸਾਨ ਹੀ ਸੀ, ਫਿਰ ਤੁਸੀਂ ਬੋਲ ਸਕਦੇ ਹੋ। ਐਵੇਂ ਮੂੰਹ 'ਚ ਜੋ ਆਉਂਦਾ ਹੈ ਜੋ ਨਹੀਂ ਸੋ ਤੁਸੀਂ ਬੋਲੀ ਜਾਂਦੇ ਹੋ। ਹਾਲੇ ਤਾਂ ਇਹਦੀ ਭੈਣ ਵੀ ਬੋਲੇਗੀ, ਵੇਖਿਓ, ਉਹਨੂੰ ਵੈਸੇ ਨਹੀਂ ਕੋਈ ਜਾਣਦਾ, ਪਰ ਇਦਾਂ ਦੀਆਂ ਸੜੀਆਂ ਗੱਲਾਂ ਕਰਨ ਲਈ ਉਹ ਹਮੇਸ਼ਾ ਹੀ ਮੋਹਰੇ ਹੁੰਦੀ ਹੈ। ਕਦੀ ਕਿਸੇ ਦੇ ਚੁੰਡੀ ਵੱਢ ਦੇ, ਕਦੀ ਕਿਸੇ ਅਦਾਕਾਰਾ ਬਾਰੇ ਕੁਝ ਕਹਿ ਦੇ, ਕਦੀ ਕਿਸੇ ਬੰਦੇ ਬਾਰੇ ਕੁਝ ਕਹਿ ਦੇ, ਉਹਨੂੰ ਹਰੇਕ ਤੋਂ ਹੀ ਤਕਲੀਫ ਰਹਿੰਦੀ ਹੈ ਫਜ਼ੂਲ ਦੀ। ਇੱਕ ਗੱਲ ਹੋਰ ਆ ਕਿ ਸਰਵਣ ਸਿੰਘ ਭਦੇਰ ਹੋਰਾਂ ਨੇ ਕਿਹਾ ਨਿੱਕੀ ਜਿਹੀ ਗੱਲ ਨੂੰ ਬਹੁਤ ਵੱਡੀ ਬਣਾ ਦਿੱਤਾ ਗਿਆ। ਇਹ ਏਡੀ ਵੱਡੀ ਗੱਲ ਨਹੀਂ ਆ ਭਦੇਰ ਸਾਹਿਬ, ਗੱਲ ਤਾਂ ਹੈਗੀ ਬਹੁਤ ਵੱਡੀ। ਜਦੋਂ ਚੱਲ ਰਹੇ ਇਸ ਅੰਦੋਲਨ ਨੂੰ ਢਾਹ ਲੱਗਦੀ ਹੋਵੇ ਤਾਂ ਗੱਲ ਨੂੰ ਅਸੀਂ ਛੋਟੀ ਕਿਵੇਂ ਮੰਨੀਏ? ਅਸੀਂ ਹੋਰ ਕੁਝ ਨਹੀਂ ਕਹਿਣਾਗਾ ਕਿਉਂਕਿ ਕਿਸਾਨ ਆਗੂਆਂ ਨੇ ਇਸ ਤੋਂ ਪਹਿਲਾਂ ਬਹੁਤ ਕੁਝ ਕਿਹਾ, ਪਰ ਗੱਲ ਇਹ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਚੱਲੀਏ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਰਵਣ ਸਿੰਘ ਭਦੇਰ ਹੋਰਾਂ ਦੀ ਜਥੇਬੰਦੀ ਹੈ ਜਿਹੜੀ, ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀਗਾ ਪਹਿਲਾਂ ਹੀ। ਹੁਣ ਦੇਖੋ ਆਉਂਦੇ ਮੋੜ ਅਸੀਂ ਕਿਹੋ ਜਿਹੇ ਕੱਟਦੇ ਆ, ਪਰ ਸਭ ਕੁਝ ਚੰਗਾ ਰਵੇ ਤੇ ਇਹਦੀ ਅਸੀਂ ਕਾਮਨਾ ਕਰਦੇ ਆ ਜੀ। ਦੇਖੋ ਬਹੁਤ ਕੁਝ ਵਾਪਰਿਆ, ਬਹੁਤ ਸਾਰੀਆਂ ਗੱਲਾਂ ਨੇ, ਪਰ ਹੁਣ ਦੁਨੀਆ ਦੇ ਵਿੱਚ ਹੋਰ ਵੀ ਕਈ ਕੁਝ ਕਹਿ ਲੋ ਵੀ ਹੋਇਆ ਹੈ, ਉਹਦੇ ਬਾਬਤ ਵੀ ਆਪਾਂ ਚਰਚਾ ਕਰ ਲਈਏ। ਸੋ ਹੁਣ ਥੋੜੀਆਂ ਜਿਹੀਆਂ ਖਬਰਾਂ ਦਾ ਰੁਖ ਆਪਾਂ ਬਦਲਦੇ ਹਾਂ। ਅਸਲ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਟਾਣਾ ਸਾਹਿਬ, ਇਸ ਰਿਪੋਰਟ ਨੇ ਸੋਚਾਂ 'ਚ ਪਾਤਾ। ਜਦੋਂ ਤਾਂ ਪੂਰੀ ਦੁਨੀਆ ਦੇ ਵਿੱਚ ਸਭ ਕੁਝ ਠੱਪ ਸੀ, ਸਭ ਕੁਝ ਬੰਦ ਸੀ, ਤਾਂ ਉਹਦਾ ਅਸਰ ਤਾਂ ਹਰ ਇੱਕ ਤੇ ਹੋਣਾ ਚਾਹੀਦਾ ਸੀ ਨਾ। ਕੁਦਰਤੀ ਹੈ, ਜੇਕਰ ਕਰਫਿਊ ਲੱਗਾ, ਜੇਕਰ ਪੂਰੀ ਦੁਨੀਆ ਰੁਕ ਗਈ ਹੈ, ਸਭ ਦੀ ਆਮਦਨ ਦੇ ਵਸੀਲੇ ਰੁਕ ਗਏ ਆ, ਤਾਂ ਫਿਰ ਅਮੀਰ ਬੰਦੇ ਦੀ ਵੀ ਰੁਕਣੀ ਚਾਹੀਦੀ ਆ, ਗਰੀਬ ਬੰਦੇ ਦੀ ਜਦੋਂ ਰੁਕੀ ਆ। ਤੇ ਜੇਕਰ ਆਪਾਂ ਕਹੀਏ ਵੀ ਭਾਈ ਆਹ ਕਿਤੇ ਬੰਦ ਆ ਤੇ ਬਾਕੀ ਚੱਲਦੇ, ਫਿਰ ਤਾਂ ਮੰਨਿਆ ਵੀ ਫਰਕ ਰਹਿਣਾ। ਪਰ ਜਦੋਂ ਸਾਰਾ ਕੁਝ ਹੀ ਬੰਦ ਕਰ ਦਿੱਤਾ ਗਿਆ ਤੇ ਫਿਰ ਤਾਂ ਸਭ ਦੀ ਆਮਦਨ ਵੀ ਬੰਦ ਹੋਣੀ ਚਾਹੀਦੀ ਹੈ। ਜੇ ਮੈਂ ਕਹਾਂ ਕਿ ਇਸ ਦੌਰ ਦੇ ਵਿੱਚ ਜਦੋਂ ਜਹਾਜ਼ ਤੱਕ ਰੁਕ ਗਏ, ਜਦੋਂ ਸਾਰੇ ਬਿਜ਼ਨਸ ਬੰਦ ਹੋ ਗਏ, ਜਦੋਂ ਸਾਰਿਆਂ ਦੇ ਜਿਹੜੇ ਆਮਦਨ ਦੇ ਵਸੀਲੇ ਉਹ ਖੜੇ ਹੋ ਗਏ, ਖਤਮ ਹੋ ਗਏ, ਉਦੋਂ ਅਮੀਰ ਹੋਰ ਜ਼ਿਆਦਾ ਅਮੀਰ ਹੋ ਗਏ, ਤਾਂ ਕੀ ਕਹੋਗੇ? ਉਹਨਾਂ ਦੇ ਕੋਲੇ ਕੀ ਪਤਾ ਕਿਹੜੀ ਗਿੱਦੜ ਸਿੰਘੀ ਇਹੋ ਜੀ ਵੀ ਜਿਹੜਾ ਅਮੀਰ ਉਦੋਂ ਵੀ ਅਮੀਰ ਹੋਈ ਗਿਆ। ਮੈਂ ਤਾਂ ਇੱਕ ਰਿਪੋਰਟ ਪੜ੍ਹੀ, ਉਹਦੇ ਚ ਲਿਖਿਆ ਸੀ ਵੀ ਜਿਹੜੇ ਫਲਾਣੇ ਬਹੁਤ ਅਰਬਪਤੀ, ਖਰਬਪਤੀ, ਜਰਬਪਤੀ, ਪਤਾ ਨਹੀਂ ਕਿਹੜੇ ਪਤੀ ਆ ਉਹ, ਤੇ ਉਹਨਾਂ ਦੀ ਆਮਦਨ ਸੁੱਤੇ ਪਏ ਵੀ ਵਧੀ ਜਾਂਦੀ ਆ। ਕਹਿੰਦੇ ਪ੍ਰਤੀ ਮਿੰਟ ਉਹ ਇੰਨੇ ਹਜ਼ਾਰ ਤੇ ਇੰਨੇ ਕਰੋੜ ਰੁਪਈਆ ਕਮਾਉਂਦੇ ਆ। ਮੈਂ ਕਿਹਾ ਵੀ ਕਮਾਲ ਹੀ ਇਹ, ਤੇ ਪਤਾ ਨਹੀਂ ਕਿਵੇਂ ਵਾਧਾ ਕਰੀ ਜਾਂਦੇ ਆ। ਇਸੇ ਕਰਕੇ ਤਾਂ ਅਸੀਂ ਲੁੱਟੇ ਪੁੱਟੇ ਜਾ ਰਹੇ ਆ, ਸਾਡੇ ਪੈਸੇ ਉਧਰਲੇ ਪਾਸੇ ਜਾ ਰਹੇ ਹੋਣੇ ਆ, ਹੋਰ ਕਿੱਥੋਂ ਆ ਰਹੇ ਆ? ਬਿਲਕੁਲ ਸਹੀ। ਆਕਸਫੈਮ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਦਾ ਨਾਮ ਹੈ ਦ ਇਨਇਕੁਐਲਿਟੀ ਵਾਇਰਸ ਰਿਪੋਰਟ। ਇਹਦੇ ਵਿੱਚ ਸਾਰੇ ਖੁਲਾਸੇ ਹੋਏ ਨੇ, ਜਿਹਦੇ ਚੋਂ ਕਿਹਾ ਗਿਆ ਹੈ ਕਿ ਜੇਕਰ ਅਮੀਰਾਂ ਦੀ ਗੱਲ ਕਰੀਏ ਤਾਂ ਅਮੀਰਾਂ ਨੇ ਜਿੰਨਾ ਕੁ ਵੀ ਉਹਨਾਂ ਨੂੰ ਨੁਕਸਾਨ ਹੋਇਆ ਹੋਊਗਾ ਇਸ ਮਹਾਮਾਰੀ ਦੇ ਦੌਰਾਨ, ਉਹਦੀ ਭਰਪਾਈ ਸਿਰਫ 9 ਮਹੀਨਿਆਂ ਦੇ ਵਿੱਚ ਕਰ ਲਈ ਹੈ। ਜਦ ਕਿ ਜੇ ਆਮ ਲੋਕਾਂ ਦੀ, ਗਰੀਬਾਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਨੂੰ 10 ਸਾਲ ਲੱਗਣਗੇ ਪਹਿਲਾਂ ਵਾਲੀ ਸਥਿਤੀ ਚ ਆਉਣ ਦੇ। ਮੈਂ ਕਦੇ ਨਾ ਹੈਰਾਨ ਹੁੰਦਾ ਹਰਮਨ ਜੀ ਇਸ ਗੱਲ ਦੇ ਉੱਤੇ ਵੀ ਪੈਸਾ ਪੈਸੇ ਨੂੰ ਕਿਵੇਂ ਖਿੱਚਦਾ। ਨਿੱਕੇ ਹੁੰਦਿਆਂ ਨੂੰ ਇਹ ਗੱਲ ਸਮਝ ਨਹੀਂ ਸੀ ਆਉਂਦੀ, ਹੁਣ ਹੌਲੀ ਹੌਲੀ ਸਮਝ ਆਉਂਦੀ ਹੈ ਵੀ ਪੈਸਾ ਪੈਸੇ ਨੂੰ ਕਿਵੇਂ ਖਿੱਚਣ ਲੱਗ ਜਾਂਦਾ। ਪੈਸੇ ਨਾਲ ਤੁਸੀਂ ਸਰਕਾਰਾਂ ਬਣਾ ਦਿੰਦੇ ਆ, ਸਰਕਾਰਾਂ ਤੁਹਾਡੇ ਪੈਸੇ 'ਚ ਵਾਧਾ ਕਰ ਦਿੰਦੀਆਂ, ਸਰਕਾਰਾਂ ਤੁਹਾਡੇ ਲਈ ਕਾਰੋਬਾਰ ਦੇ ਹੋਰ ਰਾਹ ਖੋਲ ਦਿੰਦੀਆਂ, ਲੋਕਾਂ ਨੂੰ ਤੁਹਾਡੇ ਨਾਲ ਜੋੜ ਦਿੰਦੀਆਂ। ਮੁਫਤ ਦੇ ਵਿੱਚ ਜੀਓ ਦਾ ਸਿਮ ਦੇ ਕੇ ਤੇ ਲਗਾਤਾਰ ਆਮਦਨ ਦੇ ਵਿੱਚ ਵਾਧਾ ਹੋ ਜਾਂਦਾ, ਤੇ BSNL ਪੈਸੇ ਵੀ ਲੈਂਦਾ ਤੇ ਫਿਰ ਵੀ ਉਹ ਘਾਟੇ ਦੇ ਵਿੱਚ ਜਾ ਰਹੀ ਕੰਪਨੀ, ਤੇ ਇਹਦੇ ਪਿੱਛੇ ਵਜ੍ਹਾ ਤਾਂ ਹੈ ਹੀ ਨਾ ਕੋਈ ਨਾ ਕੋਈ। ਬਿਲਕੁਲ ਸਹੀ। ਤੁਸੀਂ ਇਹ ਵੇਖੋ, ਇਹ ਰਿਪੋਰਟ ਅੱਗੇ ਇਹ ਕਹਿੰਦੀ ਹੈ ਕਿ ਜੇਕਰ ਦੇਸ਼ ਦੇ ਨਾ ਅਮੀਰਾਂ ਦੀ ਜਿਹੜੀ ਆਮਦਨੀ ਦੇ ਵਿੱਚ ਵਾਧਾ ਹੋਇਆ ਹੈ, ਜੇਕਰ ਇਹਨੂੰ ਹਰੇਕ ਗਰੀਬ ਦੇ ਕੋਲ ਵੰਡਣਾ ਹੋਵੇ, ਵੀ ਜਿੰਨੇ ਗਰੀਬ ਨੇ ਉਹਨਾਂ ਨੂੰ ਇਹ ਪੈਸਾ ਦੇਣਾ ਹੋਏ, ਤਾਂ ਹਰੇਕ ਦੇ ਹਿੱਸੇ 94,000 ਰੁਪਇਆ ਆਉਂਦਾ। ਅੱਛਾ ਜੀ। ਦੇਖੋ ਜੀ, ਇਹ ਬੜਾ ਖਤਰਨਾਕ ਅੰਕੜਾ ਜੀ, ਬੜਾ ਸੋਚਣ ਸਮਝਣ ਵਾਲਾ ਅੰਕੜਾ। ਮਤਲਬ ਇਹ ਆ ਵੀ ਜਿਹੜੇ ਅਮੀਰ ਆ ਉਹ ਹੋਰ ਅਮੀਰ ਹੋਈ ਜਾਂਦੇ ਆ, ਭਾਰਤ ਦੇ ਵਿੱਚ ਜਿਹੜੇ ਗਰੀਬ ਆ ਉਹ ਲਗਾਤਾਰ ਹੋਰ ਗਰੀਬ ਹੋ ਰਹੇ ਆ, ਤੇ ਸਾਡੀਆਂ ਸਰਕਾਰਾਂ ਗਰੀਬਾਂ ਨੂੰ ਦਾਲ ਤੇ ਰੋਟੀ ਦੇ ਵਿੱਚ ਤੇ ਆਟੇ ਤੇ ਚੌਲਾਂ ਦੇ ਵਿੱਚ ਹੀ ਉਲਝਾਈ ਫਿਰਦੀਆਂ। ਅਸੀਂ ਤੁਹਾਨੂੰ ਆਹ ਮੁਫਤ ਦੇ ਦਿਆਂਗੇ, ਅਸੀਂ ਤੁਹਾਨੂੰ ਆਹ ਮੁਫਤ ਦੇ ਦਿਆਂਗੇ। ਇਧਰਲੇ ਪਾਸਿਓਂ ਆ ਰਿਹਾ, ਇਧਰਲੇ ਪਾਸੇ ਨੂੰ ਥੋੜਾ ਜਿਹਾ ਜਾ ਰਿਹਾ, ਬਸ ਇਸੇ ਤਰੀਕੇ ਦੇ ਨਾਲ ਹੀ ਚੱਲੀ ਜਾਂਦਾ। ਪਤਾ ਨਹੀਂ ਇਹ ਕਦੋਂ ਸਾਰਾ ਕੁਝ ਮੁੱਕਣਾ। ਪਰ ਸਵਾਲਾਂ ਦਾ ਸਵਾਲ ਤਾਂ ਟਾਣਾ ਸਾਹਿਬ ਇਹ ਵੀ ਹੈ ਨਾ, ਚਾਹੇ ਤੁਸੀਂ ਨੋਟਬੰਦੀ ਦੀ ਗੱਲ ਕਰ ਲਓ, ਚਾਹੇ ਤੁਸੀਂ ਆ ਲੋਕਡਾਊਨ ਦੀ ਗੱਲ ਕਰ ਲਓ, ਇਹਦੇ ਵਿੱਚ ਕੀ ਤੁਹਾਨੂੰ ਕੋਈ ਵੀ ਅਮੀਰ ਜਿਹੜਾ ਹੈ, ਚਲੋ ਨੋਟਬੰਦੀ ਦੀ ਪਹਿਲਾਂ ਗੱਲ ਕਰਦੇ ਆ, ਕਦੀ ਲਾਈਨਾਂ ਦੇ ਵਿੱਚ ਖੜਾ ਦਿਖਿਆ ਸੀ ਵੀ ਉਹਨੇ ਵੀ ਆਪਣੇ ਪੈਸੇ ਜਿਹੜੇ ਉਹ ਬਦਲਾਉਣੇ ਹੋਣ? ਕੀ ਤੁਹਾਨੂੰ ਇਸ ਲੋਕਡਾਊਨ ਦੇ ਵਿੱਚ ਕਿਤੇ ਵੀ ਖਬਰ ਮਿਲੀ ਸੀ ਵੀ ਕਿਸੇ ਅਮੀਰ ਨੂੰ ਵੀ ਕੋਈ ਤੰਗੀ ਆਈ ਹੋਵੇ, ਕਾਰੋਬਾਰ ਬੰਦ ਹੋ ਗਿਆ ਹੋਵੇ? ਜੇ ਸਾਰਾ ਕੁਝ ਬੰਦ ਸੀ ਤਾਂ ਫਿਰ ਇਹਨਾਂ ਦੀ ਆਮਦਨੀ ਵਧੀ ਕਿਵੇਂ? ਬਿਲਕੁਲ ਸਹੀ ਗੱਲ ਹੈ ਨਾ, ਪਰ ਸਰਕਾਰਾਂ ਕੋਲ ਜਵਾਬ ਨਹੀਂ ਹੋਊਗਾ ਨਾ, ਕਿਉਂਕਿ 100 ਭੇਤ ਹੁੰਦੇ ਨੇ। ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ ਚਾਹ ਕੇ ਵੀ ਸਾਡੇ ਮੁਲਕ ਦਾ ਪਿੱਛਾ ਅੰਧ ਵਿਸ਼ਵਾਸ ਨਹੀਂ ਛੱਡ ਰਿਹਾ। ਮੁਲਕ ਦਾ ਤਾਂ ਕਾਹਦਾ, ਵੈਸੇ ਸਾਡੇ ਲੋਕਾਂ ਦਾ ਹੀ ਨਹੀਂ ਛੱਡ ਰਿਹਾ। ਜਦੋਂ ਇਹ ਕਿਹਾ ਜਾਂਦਾ ਨਾ ਕਿ ਪੜ੍ਹੇ ਲਿਖੇ ਲੋਕ ਵੀ ਅੰਧ ਵਿਸ਼ਵਾਸੀ ਹੁੰਦੇ ਨੇ, ਜਦੋਂ ਉਹ ਵੀ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਤਾਂ ਫਿਰ ਬੜੀ ਹੈਰਾਨੀ ਹੁੰਦੀ ਹੈ ਵੀ ਪੜ੍ਹ ਲਿਖ ਕੇ ਕੀ ਪਾਇਆ। ਪੜ੍ਹਨਾ ਲਿਖਣਾ ਨਾ ਜਿਹੜਾ, ਉਹ ਇੱਕ ਵੱਖਰੀ ਗੱਲ ਹੈ। ਜ਼ਿਹਨੀ ਤੌਰ ਦੇ ਉੱਤੇ ਤੁਸੀਂ ਸੁੰਦਰ ਹੋਣਾ, ਖੂਬਸੂਰਤ ਹੋਣਾ, ਇਹ ਇੱਕ ਵੱਖਰੀ ਗੱਲ ਹੈ। ਕਈ ਵਾਰ ਜਿਨ੍ਹਾਂ ਨੇ
ਇੱਕ ਕਲਾਸ ਨਹੀਂ ਪੜ੍ਹੀ ਹੁੰਦੀ, ਇੱਕ ਜਮਾਤ ਨਹੀਂ ਪੜ੍ਹੇ, ਉਹ ਇੰਨੀ ਖੂਬਸੂਰਤ ਗੱਲ ਕਰਦੇ ਵੀ ਬੁਲਹਾਰੇ ਜਾਣ ਨੂੰ ਜੀ ਕਰਦਾ, ਉਮਰ ਦਾ ਤਜਰਬਾ ਝਲਕਦਾ। ਤੇ ਕਈ ਵਾਰ ਬੰਦਾ ਜਦੋਂ ਵਿਗਿਆਨ ਦਾ ਪੇਪਰ ਦੇਣ ਲਈ ਜਾਂਦਾ ਤੇ ਉਦੋਂ ਕਿਸੇ ਨਾ ਕਿਸੇ ਡੇਰੇ ਦੇ ਉੱਤੇ, ਕਦੇ ਕਿਸੇ ਹੋਰ ਥਾਂ ਦੇ ਉੱਤੇ ਮੱਥਾ ਟੇਕ ਕੇ ਜਾਂਦਾ ਵੀ ਮੇਰੇ ਨੰਬਰ ਬਾਵਾ ਆ ਜਾਣ। ਤੇ ਉਦੋਂ ਹੈਰਾਨੀ ਹੁੰਦੀ ਹੈ ਵੀ ਸਾਡੇ ਪੜ੍ਹੇ ਲਿਖੇ ਵਰਗ ਦੀ ਸੋਚ ਨੂੰ ਕੀ ਹੋ ਗਿਆ, ਉਹ ਕਿਹੜੀ ਗੱਲੋਂ ਅੰਧ ਵਿਸ਼ਵਾਸ ਦੀ ਚੱਕੀ ਨੂੰ ਲਗਾਤਾਰ ਪੀਸ ਰਿਹਾ ਹੈ। ਜੀ, ਆਂਧਰ ਪ੍ਰਦੇਸ਼ ਦੀ ਖਬਰ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੋ ਰਹੀ ਹੈ ਤੇ ਬਹੁਤ ਹੀ ਦੁਖਦਾਇਕ ਖਬਰ ਹੈ। ਮਾਂ-ਪਿਓ ਜਿਹੜੇ ਕਿ ਪ੍ਰਿੰਸੀਪਲ ਰਹਿ ਚੁੱਕੇ ਨੇ, ਤੁਸੀਂ ਆਪ ਹਿਸਾਬ ਲਾਓ ਵੀ ਉਹ ਕਿੰਨਾ ਪੜ੍ਹੇ ਲਿਖੇ ਹੋਣਗੇ। ਉਹਨਾਂ ਦੀਆਂ ਜਵਾਨ ਦੋ ਧੀਆਂ, ਇੱਕ ਦੀ ਉਮਰ ਹੋਏਗੀ 22-23 ਸਾਲ ਦੀ, ਇੱਕ ਦੀ ਉਮਰ ਹੋਏਗੀ 26-27 ਸਾਲ ਦੀ। ਉਹਨਾਂ ਧੀਆਂ ਦਾ ਕਤਲ ਕਰ ਦਿੱਤਾ ਗਿਆ। ਅੱਛਾ। ਜਦੋਂ ਪੁਲਿਸ ਤੱਕ ਇਹ ਖਬਰ ਪਹੁੰਚੀ, ਕਤਲ ਕੀਤਾ ਕਿਹਨੇ? ਮਾਂ-ਬਾਪ ਨੇ ਖੁਦ ਹੀ ਕਰਤਾ। ਜੀ, ਮਾਂ-ਬਾਪ ਨੇ ਆਪਣੀਆਂ ਧੀਆਂ ਮਾਰ ਦਿੱਤੀਆਂ। ਜਦੋਂ ਪੁਲਿਸ ਤੱਕ ਇਹ ਖਬਰ ਆਂਢੀਆਂ ਗਵਾਂਢੀਆਂ ਤੋਂ ਪਹੁੰਚੀ ਤੇ ਪੁਲਿਸ ਨੇ ਆ ਕੇ ਪੁੱਛਗਿੱਛ ਕੀਤੀ ਤਾਂ ਉਹਨਾਂ ਦਾ ਜਵਾਬ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਉਹਨਾਂ ਦਾ ਕਹਿਣਾ ਸੀ ਕਿ ਸਾਡੀਆਂ ਧੀਆਂ ਮਰੀਆਂ ਨਹੀਂ ਆ, ਇਹਨਾਂ ਨੇ ਤਾਂ ਸੂਰਜ ਉਗਦਿਆਂ ਹੀ ਦੁਬਾਰਾ ਜ਼ਿੰਦਾ ਹੋ ਜਾਣਾ ਹੈ, ਕਿਉਂਕਿ ਸਤਯੁਗ ਦੀ ਸ਼ੁਰੂਆਤ ਹੋ ਜਾਣੀ ਹੈ। ਦੁਰ ਫਿਟੇ ਮੂੰਹ। ਇਹਨਾਂ ਦੇ ਬਾਰੇ ਇਹੀ ਗੱਲ ਕਹੀ ਜਾ ਸਕਦੀ ਹੈ, ਪੜਿਆ ਲਿਖਿਆ ਵੀ ਖੂਹ ਖਾਤੇ ਪਾਤਾ। ਜੇ ਇਹਨਾਂ ਦੀ ਸੋਚ ਇਹੋ ਜਿਹੀ ਤੇ ਪ੍ਰਿੰਸੀਪਲ ਇਹ ਕਿਹੋ ਜਿਹੇ ਹੋਣਗੇ? ਇਹਨਾਂ ਨੇ ਉਦੋਂ ਕਿਹੋ ਜਿਹੇ ਚੰਦ ਚਾੜੇ ਹੋਣਗੇ ਜਦੋਂ ਕਿਸੇ ਸਕੂਲ ਦੀ ਕਾਲਜ ਦੀ ਅਗਵਾਈ ਕਰਦੇ ਰਹੇ ਆ। ਇੰਨੀ ਮਾੜੀ ਸੋਚ, ਆਪਦੇ ਨਿਆਣੇ ਮਾਰਤੇ, ਕਹਿੰਦੇ ਵੀ ਕੱਲ ਨੂੰ ਫੇਰ ਜਿਉਂਦੇ ਹੋ ਜਾਣੇ ਆ। ਵੀ ਇਹ ਸਾਡੇ ਸਮਾਜ ਦਾ ਵਰਤਾਰਾ, ਇਹ ਸਾਡੇ ਸਮਾਜ ਦੀ ਸੋਚ ਦਾ ਪ੍ਰਗਟਾਵਾ ਵੀ ਇਦਾਂ ਦੇ ਲੋਕ ਵੀ ਹੈਗੇ ਆ। ਜੀ, ਇੱਕ ਖਬਰ ਇਸ ਤੋਂ ਪਹਿਲਾਂ ਵੀ ਇਦਾਂ ਦੀ ਆਈ ਸੀ ਜਿਹਦੇ ਵਿੱਚ ਸਾਰੇ ਦਾ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਸੀ, ਉਹ ਵੀ ਅੰਧ ਵਿਸ਼ਵਾਸ ਦਾ ਕਰਕੇ। ਉਸ ਤੋਂ ਇਲਾਵਾ ਹਰ ਵਾਰ ਆਉਂਦੀਆਂ ਰਹਿੰਦੀਆਂ, ਕਦੀ ਕੋਈ ਤਾਂਤਰਿਕ ਜਿਹੜਾ ਉਹਦੇ ਮਗਰ ਲੱਗ ਕੇ, ਕਦੀ ਕੋਈ ਬਾਬਾ ਆ ਜਾਂਦਾ, ਕਦੀ ਕੋਈ ਆ ਜਾਂਦਾ, ਉਹਦੇ ਮਗਰ ਲੱਗ ਕੇ ਤੇ ਲੋਕ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਜਿਹੜਾ ਸੋਚ ਕੇ ਬੰਦੇ ਨੂੰ ਹੈਰਾਨੀ ਹੁੰਦੀ ਹੈ ਵੀ ਤੁਸੀਂ ਇੱਕ ਵਾਰ ਵੀ ਨਾ ਸੋਚਿਆ ਹੋਊਗਾ ਵੀ ਅਸੀਂ ਕੀ ਕਰ ਰਹੇ ਹਾਂ ਤੇ ਕੀ ਨਹੀਂ। ਮੈਨੂੰ ਇੱਕ ਦਿਨ ਇੱਕ ਬੰਦੇ ਦਾ ਫੋਨ ਆਇਆ, ਕਹਿੰਦਾ ਵੀ ਜਿਹੜਾ ਨਿਰਮਲ ਬਾਬਾ ਨਾ, ਉਹ ਤਾਂ ਲੋਕਾਂ ਨੂੰ ਬਹੁਤ ਲੁੱਟਦਾ। ਅੱਛਾ ਜੀ। ਮੈਂ ਕਿਹਾ ਵੀ ਮੈਂ ਤੇਰੇ ਨਾਲ ਸਹਿਮਤ ਨਹੀਂਗਾ। ਕਿਉਂ? ਕਹਿੰਦਾ ਕਿਉਂ? ਮੈਂ ਕਿਹਾ ਵੀ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਤੁਸੀਂ ਫਲਾਣੇ ਖਾਤੇ ਦੇ ਵਿੱਚ ਪੈਸੇ ਪਾਓ ਤੇ ਸਾਡੇ ਫਲਾਣੇ ਸਮਾਗਮ ਦੇ ਵਿੱਚ ਫਿਰ ਤੁਸੀਂ ਆ ਸਕਦੇ ਆ। ਇਹ ਤੁਹਾਡੀ ਗਲਤੀ ਆ। ਉਹ ਕਿਹੜਾ ਤੁਹਾਨੂੰ ਘਰੋਂ ਘੇਰ ਕੇ ਲਿਆਏ ਆ? ਉਹਦਾ ਤਾਂ ਕਾਰੋਬਾਰ ਚੱਲ ਰਿਹਾ। ਉਹ ਤੁਹਾਨੂੰ ਕਹਿੰਦਾ ਗੋਲ ਗੱਪੋं का पानी पिया, आपने लाल रंग की चटनी खाई, अगर नहीं खाई तो इसीलिए कृपा रुकी है, अगर दूध पी लिया तो कृपा रुकी है, दूध नहीं पीते तो कृपा रुकी है, फलानी कृपा इसलिए रुकी है, फलानी कृपा इसलिए रुकी है, कृपा आएगी कृपा जाएगी। ਉਹਦਾ ਤਾਂ ਆ ਕੁਝ ਵਿਕਦਾ ਤੇ ਆਪਾਂ ਹੈਗੇ ਗਾਹਕ। ਇਹ ਤਾਂ ਗਾਹਕ ਦੀ ਮਰਜ਼ੀ ਹੈ ਵੀ ਉਹਨੇ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਆਪਾਂ ਇੰਨੇ ਭੋਲੇ ਵੀ ਨਹੀਂ। ਪੜ੍ਹੇ ਲਿਖੇ ਲੋਕ ਜਦੋਂ ਜਾ ਕੇ ਉੱਥੇ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਨਾ ਮਾਈਕ ਫੜ ਕੇ ਕਿ ਬਾਬਾ ਜੀ आई रिक्वेस्ट यू फलाना यू टिगड़ा यू, ਤੇ ਮੈਂ ਉਦੋਂ ਹੈਰਾਨ ਹੁੰਨਾ ਵੀ ਯਾਰ ਇਹਨਾਂ ਦੀ ਮੱਤ ਨੂੰ ਕੀ ਹੋ ਗਿਆ। ਉਹਦਾ ਕਾਰੋਬਾਰ ਚੱਲਦਾ, ਉਹਨੇ ਚਲਾਇਆ ਟੀਵੀ ਚੈਨਲਾਂ ਦੇ ਸਹਾਰੇ, ਉਹਨੇ ਆਪਦੀਆਂ ਮਸ਼ਹੂਰੀਆਂ ਵੀ ਬਹੁਤ ਦਿੱਤੀਆਂ। ਬਾਅਦ ਦੇ ਵਿੱਚ ਇਹੀ ਟੀਵੀ ਚੈਨਲ ਉਹਦੇ ਖਿਲਾਫ ਵੀ ਹੋ ਗਏ, ਫਿਰ ਮਸ਼ਹੂਰੀਆਂ ਸ਼ੁਰੂ ਹੋ ਗਈਆਂ। ਮਤਲਬ ਇਹ ਕਾਰੋਬਾਰ ਕਈ ਲੋਕਾਂ ਦਾ ਜਿਹਦਾ ਜਿਵੇਂ ਚੱਲ ਗਿਆ ਉਹ ਉਵੇਂ ਸੂਤ ਲਾਈ ਬੈਠਾ। ਬਿਲਕੁਲ ਸਹੀ। ਰਮਨ ਜੀ, ਜਾਂਦੇ ਨਾ ਜੀ ਕਰਦਾ ਵੀ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੀ ਬਾਤ ਪਾਈਏ। ਤੇ ਬਹੁਤ ਸਾਰੇ ਫੋਨ ਆ ਨਾ ਜਿਹੜੇ ਵੱਖ-ਵੱਖ ਥਾਵਾਂ ਤੋਂ ਆ ਰਹੇ, ਖੜਕ ਰਹੇ ਲਗਾਤਾਰ। ਉਹ ਪੁੱਛ ਰਹੇ ਜੀ ਕਿ ਤੁਹਾਡੇ ਖਿਆਲ ਦੇ ਮੁਤਾਬਕ ਹੋਰ ਕੀ ਹੋਊਗਾ ਹੁਣ। ਦੇਖੋ, ਫਿਰ ਮੇਰੇ ਤਾਂ ਮਨ ਦੇ ਜਜ਼ਬਾਤ ਆ, ਮੈਂ ਫਿਰ ਭਾਵਕ ਹੋ ਜਾਣਾ ਵੀ ਕੁਛ ਨਹੀਂ ਹੁੰਦਾ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਤੁਹਾਡੇ ਅੰਦਰਲਾ ਹੌਸਲਾ ਹੀ ਦੂਜਿਆਂ ਦੇ ਲਈ ਬਹੁਤ ਵੱਡਾ ਨੁਕਸਾਨ ਖੜਾ ਕਰੂਗਾ, ਜਿਹੜੇ ਕਿ ਚੰਗੇ ਤੋਂ ਉਲਟ ਚੱਲਦੇ ਆ। ਜਿਹੜੇ ਆਪਣੇ ਦੁਖੀ ਆ ਨਾ, ਉਹਨਾਂ ਦੇ ਲਈ ਸਾਡਾ ਹੌਸਲਾ, ਸਾਡਾ ਉਤਸ਼ਾਹ, ਸਾਡੀ ਊਰਜਾ ਜਿਹੜੀ, ਉਹ ਬਹੁਤ ਵੱਡਾ ਹਥਿਆਰ ਆ। ਅਸੀਂ ਹਥਿਆਰ ਚੱਕ ਕੇ ਤਾਂ ਉੱਥੇ ਗਏ ਨਹੀਂ, ਨਾ ਆਪਾਂ ਜਾਣਾ ਹੀ ਆ। ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਗਏ ਆ। ਆਪ ਪਕਾਉਨੇ ਆ, ਆਪ ਖਾਣੇ ਆ ਤੇ ਹੋਰਨਾਂ ਨੂੰ ਖਵਾਉਨੇ ਆ। ਇਹ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ। ਤੇ ਆਪਾਂ ਜੇਕਰ ਇਸੇ ਰਾਹ ਦੇ ਉੱਤੇ ਤੁਰਦੇ ਰਹੇ ਨਾ ਇੱਕ ਦਿਨ ਕਿਰਪਾ ਹੋਊਗੀ ਮਹਾਰਾਜ ਦੀ। ਬਿਲਕੁਲ ਸਹੀ। ਔਰ ਸਭ ਤੋਂ ਵੱਡੀ ਜਿਹੜੀ ਸਾਡੀ ਪ੍ਰਾਪਤੀ ਹੈ ਜਾਂ ਸਾਡਾ ਜਿਹੜਾ ਹਥਿਆਰ ਹੈ ਉਹ ਏਕਾ। ਅਸੀਂ ਉਸ ਏਕੇ ਨੂੰ ਬਰਕਰਾਰ ਰੱਖੀਏ। ਸਾਡੀ ਸ਼ਾਂਤੀ ਸਾਡਾ ਸਭ ਤੋਂ ਵੱਡਾ ਹਥਿਆਰ ਹੈ। ਅਸੀਂ ਉਸ ਸ਼ਾਂਤੀ ਨੂੰ ਬਰਕਰਾਰ ਰੱਖੀਏ। ਜੇ ਹੁਣ ਤੱਕ ਸ਼ਾਂਤੀ ਨੂੰ ਅਪਣਾ ਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਅਸੀਂ ਅੱਗੇ ਵੀ ਜਾਵਾਂਗੇ ਨਾ। ਸ਼ਾਂਤੀ ਨੇ ਕਿਤੇ ਵੀ ਰੁਕਾਵਟ ਪੈਦਾ ਨਹੀਂ ਕੀਤੀ। ਸੋ ਸਾਨੂੰ ਜੋ ਵੀ ਸਾਡੇ ਕਿਸਾਨ ਆਗੂ ਕਹਿੰਦੇ ਨੇ, ਜਿਸ ਹਿਸਾਬ ਦੇ ਨਾਲ ਵੀ ਜਿਹੜੀਆਂ ਹਦਾਇਤਾਂ ਜਾਰੀ ਹੁੰਦੀਆਂ ਨੇ ਉਹਨਾਂ ਦਾ ਪਾਲਣ ਕਰਨਾ ਚਾਹੀਦਾ। ਔਰ ਸਹਿਮੇ ਹੌਲੀ ਹੌਲੀ ਸਾਰਾ ਕੁਝ ਅਸੀਂ ਜ਼ਰੂਰ ਜਿੱਤ ਲਵਾਂਗੇ। ਰਾਜੇਵਾਲ ਸਾਹਿਬ ਦਾ ਜਿਹੜਾ ਹੁਣ ਬਿਆਨ ਆਇਆ ਨਾ, ਜਿਹੜੀ ਉਹਨਾਂ ਨੇ ਤਕਰੀਰ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਕਈ ਲੋਕ ਇਸ ਗੱਲ ਨੂੰ ਭੜਕਾਉਂਦੇ ਆ ਵੀ ਕਿਸਾਨ ਆਗੂ ਵਿਕ ਗਏ, ਕਿਸਾਨ ਆਗੂ ਤਾਂ ਡਰ ਗਏ, ਕਿਸਾਨ ਆਗੂ ਤਾਂ ਸਿਰਫ ਤੇ ਸਿਰਫ ਇੱਥੇ ਬਿਠਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਵੀ ਤੁਸੀਂ ਵਿਕ ਗਏ, ਐਂ ਕਰਤਾ, ਇਹ ਕਰਤਾ, ਉਹ ਕਰਤਾ। ਇਹਨਾਂ ਗੱਲਾਂ ਦੇ ਵਿੱਚੋਂ ਉੱਤੇ ਉੱਠੋ।
ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਨੂੰ ਜੇਕਰ ਮਾਰਨਾ ਕੋਈ ਮਾਰ ਵੀ ਦੇਵੇ ਕੋਈ ਗੱਲ ਨਹੀਂ, ਮੈਂ ਆਪਣੀ ਖਾ ਪੀ ਹੰਢਾ ਲਈ ਆ, ਪਰ ਇਹ ਦੇਖੋ ਵੀ ਮੈਂ ਚਾਹੁੰਦਾ ਕਿ ਇੱਥੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਇੱਥੇ ਲਾਸ਼ਾਂ ਨਾ ਵਿਛਣ। ਜੇ ਤੁਸੀਂ ਚਾਹੁੰਦੇ ਵੀ ਲਾਸ਼ਾਂ ਵਿਛ ਜਾਣ, ਇਹਦੇ ਨਾਲ ਕਿਹਦਾ ਭਲਾ ਹੋਊਗਾ, ਫਿਰ ਸਾਨੂੰ ਇਹ ਦੱਸ ਦਿਓ। ਸੋ ਇਸ ਕਰਕੇ ਲੋੜ ਪਾਈ ਇਸ ਗੱਲ ਦੀ ਆ ਕਿ ਆਪਾਂ ਜ਼ਿੰਦਗੀ ਦੀ ਕੀਮਤ ਵੀ ਸਮਝੀਏ। ਅਤੀਤ ਦੇ ਵਿੱਚ ਅਸੀਂ ਬਹੁਤ ਸਾਰੀਆਂ ਲੜਾਈਆਂ ਲੜੀਆਂ, ਉਦੋਂ ਪ੍ਰਸੰਗ ਹੋਰ ਤਰ੍ਹਾਂ ਦੇ ਸੀ, ਅੱਜ ਦੇ ਪ੍ਰਸੰਗ ਹੋਰ ਤਰ੍ਹਾਂ ਦੇ ਆ। ਅੱਜ ਉਹਨਾਂ ਦੇ ਨਾਲ ਸਾਡੀ ਲੜਾਈ ਆ ਜਿਨ੍ਹਾਂ ਨੂੰ ਅਸੀਂ ਹੀ ਵੋਟਾਂ ਪਾ ਕੇ ਚੁਣਿਆ, ਤੇ ਅਸੀਂ ਹੀ ਇਸ ਲੋਕਤੰਤਰਕ ਰਾਜ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਇਹਨਾਂ ਨੂੰ ਗਲਤ ਚੁਣਿਆ ਗਿਆ। ਅਗਲੀ ਵਾਰ ਫੇਰ ਆਪਾਂ ਧੋਬੀ ਪਟਕਾ ਲਵਾ ਦਈਏ, ਫਿਰ ਅਸੀਂ ਕਹਿ ਦਿੰਦੇ ਕਿ ਨਹੀਂ, ਉਦੋਂ ਤਾਂ ਕੁਝ ਹੋਰ ਹੋ ਜਾਂਦਾ। ਮੇਰੇ ਮਨ ਦੇ ਵਿੱਚ, ਮੈਂ ਕੱਲ ਵੀ ਗੱਲ ਕੀਤੀ ਸੀ, ਕਰੋਨਾ ਵਾਇਰਸ ਦੀ ਇੱਕ ਉਦਾਹਰਨ ਦਿੱਤੀ ਸੀ, ਅੱਜ ਫੇਰ ਉਹ ਕਹਿਣੀ ਬਣਦੀ ਹੈ। ਕਰੋਨਾ ਵਾਇਰਸ ਦੇ ਮੌਕੇ ਲੋਕਾਂ ਨੇ ਕਿਹਾ ਜੀ ਕਿ ਸਾਦੇ ਵਿਆਹ ਕਰਨੇ ਆ, ਬਹੁਤ ਚੰਗੀ ਗੱਲ ਆ। ਆ ਜਦੋਂ ਹੁਣ ਨਿਕਲੀ ਉਹ ਮਹਾਮਾਰੀ, ਨਾਲ ਦੀ ਨਾਲ ਹੀ ਹਜ਼ਾਰਾਂ ਲੋਕਾਂ ਦਾ ਇਕੱਠ ਮੈਰਿਜ ਪੈਲਸਾਂ 'ਚ ਹੁੰਦਾ, ਲੱਖਾਂ ਰੁਪਈਆ ਫੇਰ ਲੋਕ ਲਾਉਂਦੇ ਆ। ਚਲੋ ਜਿਹਦੇ ਕੋਲੇ ਹੈਗਾ ਉਹ ਲਾਉਂਦਾ, ਪਰ ਆਪਾਂ ਧਾਰਨਾ ਪਹਿਲਾਂ ਜਿਹੜੀ ਬਣੀ ਸੀ ਤੋੜਤੀ ਨਾ। ਹੁਣ ਅਸੀਂ ਕਹਿੰਦੇ ਵੀ ਰਾਜਨੀਤਿਕ ਲੋਕ ਮਾੜੇ ਆ, ਚਲੋ ਆਪਾਂ ਮੰਨਦੇ ਆ ਵੀ ਸਾਰੇ ਰਾਜਨੀਤਿਕ ਲੋਕ ਆ ਜਿਹੜੇ ਆਪਣੇ ਸਵਾਰਥ ਦੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਕਿਸੇ ਦੇ ਨਾਲ ਕੋਈ ਚੰਗੇ ਮਾੜੇ ਦੇ ਨਾਲ ਨਹੀਂ, ਆਪਣਾ ਸੂਤ ਵਹਿੰਦੇ ਆ। ਪਰ ਆਪਾਂ ਇਹ ਨਾ ਹੋਵੇ ਵੀ 3 ਮਹੀਨੇ ਪਹਿਲਾਂ ਵੋਟਾਂ ਤੋਂ ਫਿਰ ਉਹੀ ਗੱਲ ਕਰ ਦਈਏ, ਸਾਡੇ ਬਾਪੂ ਨੇ ਤਾਂ ਹਮੇਸ਼ਾ ਉਹਨੂੰ ਵੋਟ ਪਾਈ ਆ, ਆਪਾਂ ਉਹਨੂੰ ਹੀ ਪਾਉਣੀ ਆ। ਸਾਡਾ ਦਾਦਾ ਜਿਹੜਾ ਉਹਨੂੰ ਪਾਉਂਦਾ ਰਿਹਾ, ਅਸੀਂ ਤਾਂ ਉਹਨੂੰ ਹੀ ਪਾਉਣੀ ਆ। ਆਪਾਂ ਆਪਦੀ ਸੋਚ ਨੂੰ ਉਦੋਂ ਤੱਕ ਬਰਕਰਾਰ ਰੱਖੀਏ ਜਦੋਂ ਤੱਕ ਵੋਟਾਂ ਨਹੀਂ ਆਉਂਦੀਆਂ। ਬਿਲਕੁਲ ਸਹੀ, ਤੇ ਏਕਾ ਬਣਾਈ ਰੱਖੀਏ, ਤੇ ਜਿੰਨੀਆਂ ਵੀ ਚਲੋ ਜੋ ਵੀ ਬੀਤ ਗਿਆ ਉਹ ਮਾੜਾ ਹੋਇਆ ਸੀ ਵੀ ਕਹਿੰਦੇ ਆ, ਪਰ ਆਪਾਂ ਉਹਦੇ ਤੋਂ ਹੁਣ ਬਾਹਰ ਉੱਠੀਏ ਤੇ ਆਪਾਂ ਅਗਲੇ ਕੀ ਸਾਡੇ ਕਦਮ ਹੋਣਗੇ, ਅਗਲੀ ਰਣਨੀਤੀ ਕੀ ਹੋਏਗੀ, ਕਿਵੇਂ ਅਸੀਂ ਇਸ ਅੰਦੋਲਨ ਨੂੰ ਹੋਰ ਅੱਗੇ ਵਧਾਉਣਾ, ਉਹਦੇ ਬਾਰੇ ਚ ਸੋਚੀਏ ਤਾਂ ਜ਼ਿਆਦਾ। ਇਹ ਗੱਲ ਕਹੀ ਆ ਵੀ ਇਹ ਕੁਦਰਤ ਦਾ ਦਸਤੂਰ ਆ ਵੀ ਜਦੋਂ ਸਰੀਰ ਦੇ ਵਿੱਚ ਕੁਝ ਨਾ ਕੁਝ ਗਲਤ ਗੰਦਮੰਦ ਭਰ ਜੇ, ਉਹ ਕਹਿੰਦੇ ਵੀ ਫੋੜੇ ਦੇ ਰਾਹੀਂ ਉਹ ਬਾਹਰ ਨਿਕਲ ਜਾਂਦਾ, ਇਨਫੈਕਸ਼ਨ ਹੋ ਜਾਂਦੀ ਹੈ, ਡਾਕਟਰ ਟੀਕਾ ਲਾ ਕੇ ਇਨਫੈਕਸ਼ਨ ਸੁਕਾ ਦਿੰਦੇ ਆ। ਉਹ ਕਹਿੰਦੇ ਵੀ ਕੁਝ ਕੁ ਇਨਫੈਕਸ਼ਨ ਵਾਲੇ ਅੰਸ਼ ਆ ਗਏ ਸੀ, ਉਹ ਬਾਹਰ ਨਿਕਲ ਗਏ ਆ, ਤੇ ਹੁਣ ਸਾਰਾ ਅੰਦੋਲਨ ਜਿਹੜਾ ਉਹ ਚੰਗਾ ਤੇ ਬਿਲਕੁਲ ਸਾਫ ਸੁਥਰਾ, ਅਸੀਂ ਇਸ ਗੱਲ ਦੀ ਆਸ ਕਰਦੇ ਆ ਜੀ। ਬਿਲਕੁਲ ਸੇ ਬਾਕੀ ਫਿਲਹਾਲ ਹੁਣ ਆਪਾਂ ਚੱਲੀਏ ਜੀ, ਸਾਡੇ ਜਾਣ ਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ, ਅਸੀਂ ਦੋਵੇਂ ਚੱਲਦੇ ਹਾਂ, ਕੱਲ ਨੂੰ ਫਿਰ ਤੁਹਾਡੇ ਸਾਰਿਆਂ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।